बहुत ही प्यारे बच्चों, सब तो पहला गुड मॉर्निंग। अज असी भारत विच उद्योगीकरण के विकास का सैकेंड चैप्टर है जिहड़ा ओह पढ़ांगे। असी पहले चैप्टर दे विच उद्योगिक विकास बारे पढ़िया। उद्योगीकरण का विकास जिहड़ा सी 1947 तो पहला सी बहुत घट मात्रा दे विच, 1947 तो बाद सी जिहड़ी सानू बहुत ज़्यादा लोड़ पई, क्योंकि जिस तरह साडी जनसंख्या वधदी आ उस तरह ही सानू हरेक चीज़ की लोड़ वधदी आ। लोड़ वधन वास्ते साडियां जिहड़ियां जरूरतां ने, जरूरत दीयां वस्तुआं ने, ओह साडियां लोड़ां नूं पूरा करन दे लई सानू उद्योगीकरण की लोड़ पई। क्योंकि जे असीं अज गल करदे हां, असीं पिंड तो शहर तो किते भी जाना साडे वास्ते सौखा इस करके हो गया क्योंकि आवाजाई के साधनां दा बहुत लंबे समय दे विच विकास होया। क्योंकि जे अज तो असीं 15 ਜਾਂ 20 साल तो पहलां गल करिए ਤਾਂ घर ਦੇ ਵਿੱਚ ਇੱਕ ਹੀ ਸਮਾਨ ਹੁੰਦਾ ਸੀ, ਇੱਕ ਜਾਂ ਸਾਈਕਲ ਹੁੰਦਾ ਸੀ। ਸਾਈਕਲ ਵੀ ਬਹੁਤ ਜਿਹਦੇ ਕੋਲੇ ਹੁੰਦਾ ਸੀ ਬਹੁਤ ਅਮੀਰ ਮੰਨਿਆ ਜਾਂਦਾ ਸੀ। ਪਰੰਤੂ ਅੱਜ ਉਦਯੋਗੀਕਰਨ ਨੇ ਇੰਨਾ ਕੁ ਹਰੇਕ ਚੀਜ਼ ਸਸਤੀ ਕਰ ਦਿੱਤੀ ਆ ਕਿ ਹਰੇਕ ਕੋਲੇ ਜਿਹੜੇ ਆਵਾਜਾਈ ਦੇ ਸਾਧਨ ਨੇ ਬਹੁਤ ਵੱਧ ਗਏ ਨੇ। ਤਾਂ ਅਸੀਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਤਾਂ ਅਸੀਂ ਅੱਜ ਉਦਯੋਗੀਕਰਨ ਦੇ ਵਿਕਾਸ ਦੀ ਸੈਕੰਡ ਲੈਸਨ ਬਾਰੇ ਪੜਾਂਗੇ। ਉਸ ਤੋਂ ਪਹਿਲਾਂ ਜਿਹੜੀ ਅਸੀਂ ਫਸਟ ਲੈਸਨ ਪੜਿਆ ਉਹਦੇ ਬਾਰੇ ਥੋੜਾ ਜਿਹਾ ਗੱਲ ਕਰੀਏ। ਉਦਯੋਗੀਕਰਨ ਤੋਂ ਕੀ ਭਾਵ ਕਿਹਾ ਸੀ? ਤਾਂ ਉਦਯੋਗੀਕਰਨ ਕੀ ਆ? ਤਾਂ ਪਿਆਰੇ ਬੱਚੇ ਤੁਹਾਡੇ ਯਾਦ ਹੋਊਗਾ, ਉਦਯੋਗੀਕਰਨ ਉਹ ਚੀਜ਼ ਆ ਜਿਹੜੀ ਅਸੀਂ ਚੀਜ਼ ਲੈ ਕੇ ਉਸ ਵਸਤੂ ਨੂੰ ਕੀ ਕਰਦੇ ਨੇ, ਉਹਦੀ ਸ਼ਕਲ, ਰੰਗ, ਰੂਪ, ਆਕਾਰ ਦੇ ਮੁਤਾਬਕ ਉਹਦਾ ਨਾਮ ਚੇਂਜ ਕਰਕੇ ਅਸੀਂ ਜਿਹੜੀ ਵਸਤੂ ਆ ਉਹ ਹੋਰ ਬਣਾ ਦਿੰਦੇ ਆ। ਉਹਦੀ ਕੀਮਤ ਦੇ ਵਿੱਚ ਤੇ ਉਪਯੋਗਤਾ ਦੇ ਵਿੱਚ ਵਾਧਾ ਹੋ ਜਾਂਦਾ। ਤਾਂ ਉਹਨੂੰ ਅਸੀਂ ਉਦਯੋਗੀਕਰਨ ਕਹਿੰਦੇ ਆ। ਉਦਯੋਗ ਦੇ ਵਿੱਚ ਕੋਈ ਚੀਜ਼ ਜਾਂਦੀ ਆ ਤਾਂ ਉਹ ਚੀਜ਼ ਦਾ ਨਵੀਨੀਕਰਨ ਕੀਤਾ ਜਾਂਦਾ, ਠੀਕ ਆ। ਉਹਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਕਿ ਉਹ ਚੀਜ਼ ਦੀ ਉਪਯੋਗਤਾ ਵੱਧ ਜਾਂਦੀ ਆ। ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ? ਰਾਸ਼ਟਰੀ ਆਮਦਨ ਆ ਜਿਹੜੀ, ਦੇਖੋ ਜੀ, ਦੇਸ਼ ਦੀ ਅਰਥ ਵਿਵਸਥਾ ਉਹ ਰਾਸ਼ਟਰੀ ਆਮਦਨ ਦੇ ਉੱਤੇ ਹੀ ਖੜੀ ਆ। ਕਿਉਂਕਿ ਕੋਈ ਦੇਸ਼ ਕਿੰਨਾ ਖੁਸ਼ਹਾਲ ਆ, ਕਿੰਨਾ ਗਰੀਬ ਆ, ਕਿੰਨਾ ਅਮੀਰ ਆ। ਕਿਉਂਕਿ ਅਸੀਂ ਜੇ ਹੁਣ ਦੂਸਰੇ ਦੇਸ਼ਾਂ ਦੇ ਨਾਲ ਮੁਕਾਬਲਾ ਕਰਨ ਲੱਗੇ ਤਾਂ ਅਸੀਂ ਰਾਸ਼ਟਰੀ ਵਿਅਕਤੀ ਆਮਦਨ ਤੋਂ ਹੀ ਕਰਨ ਲੱਗੇ ਆ। ਜਿੰਨੀ ਸਾਡੀ ਰਾਸ਼ਟਰੀ ਆਮਦਨ ਵੱਧ ਹੋਊਗੀ, ਰਾਸ਼ਟਰੀ ਪ੍ਰਤੀ ਵਿਅਕਤੀ ਆਮਦਨ ਵੱਧ ਹੋਊਗੀ, ਲੋਕ ਉਨੇ ਹੀ ਅਮੀਰ ਹੋਣਗੇ। ਸਰਵਜਨਿਕ ਖੇਤਰ ਕਿਸ ਨੂੰ ਕਹਿੰਦੇ ਹਨ? ਸਰਵਜਨਿਕ ਖੇਤਰ ਕਿਹਨੂੰ ਕਹਿੰਦੇ ਆ? ਜਿਹੜੇ ਲੋਕ ਨੇ ਪੈਸਾ ਲਗਾਉਂਦੇ ਆ, ਆਪਣਾ ਪੈਸਾ ਲਗਾ ਕੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ, ਉਹ ਸਾਡਾ ਸਰਵਜਨਿਕ ਖੇਤਰ ਆ। ਤੇ ਅਸੀਂ ਉਦਯੋਗਿਕ ਦੇ ਵਿਕਾਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਾਂਗੇ। ਤਾਂ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦਾ ਵਿਕਾਸ ਜਿਹੜਾ ਬਹੁਤ ਘੱਟ ਸੀ, ਪਰੰਤੂ ਆਜ਼ਾਦੀ ਪਿੱਛੋਂ ਦੇਸ਼ ਦਾ ਕਾਫੀ ਹੱਦ ਤੱਕ ਉਦਯੋਗੀਕਰਨ ਹੋਇਆ। ਉਦਯੋਗੀਕਰਨ ਦੇਸ਼ਾਂ ਵਿੱਚ 10ਵੇਂ ਸਥਾਨ ਤੇ ਹੋ ਗਿਆ। ਕਿਉਂ ਹੋਇਆ? ਇਹਦਾ ਕਾਰਨ ਮਜ਼ਬੂਤ ਉਦਯੋਗਿਕ ਢਾਂਚਾ, ਆਧੁਨਿਕੀਕਰਨ, ਸਰਵਜਨਿਕ ਖੇਤਰ ਦਾ ਵਿਕਾਸ, ਉਦੋਂ ਸੰਰਚਨਾ ਦਾ ਨਿਰਮਾਣ, ਰਾਸ਼ਟਰੀ ਆਮਦਨ ਨਿਰਯਾਤ ਵਿੱਚ ਉਦਯੋਗਤਾ ਵਿੱਚ ਵਾਧਾ ਹਿੱਸਾ, ਵਿਦੇਸ਼ੀ ਸਹਿਯੋਗ ਵਿੱਚ ਵਾਧਾ ਹਿੱਸਾ, ਉਦਯੋਗੀਕਰਨ ਦੇ ਉਤਪਾਦਨ ਵਿੱਚ ਵਾਧਾ। ਹੁਣ ਮਜ਼ਬੂਤ ਉਦਯੋਗਿਕ ਢਾਂਚਾ ਕੀ ਹੁੰਦਾ? ਦੇਖੋ, ਅਸੀਂ ਇੱਕ ਉਦਯੋਗ ਲਗਾ ਲਿਆ, ਉਹਦੇ ਵਿੱਚ ਅਸੀਂ ਇਹੋ ਜਿਹੀ ਮਸ਼ੀਨਰੀ ਲਗਾਉਂਦੇ ਆ ਜਿਹੜੀ ਸਾਡੀ ਲੰਬਾ ਸਮਾਂ ਕੰਮ ਕਰਦੀ ਹੈ ਤੇ ਲੰਬਾ ਸਮਾਂ ਕੀ ਕਰਦੀ ਹੈ, ਲੋਕਾਂ ਨੂੰ ਰੁਜ਼ਗਾਰ ਦਿੰਦੀ ਆ ਤੇ ਵਧੀਆ ਜਿਹੜੇ ਪ੍ਰੋਡਕਟ ਨੇ ਉਹ ਬਣਾਉਂਦੀ ਆ। ਆਧੁਨਿਕੀਕਰਨ ਨਵੀਆਂ ਤਕਨੀਕਾਂ ਨੇ ਜਿਹੜੀਆਂ ਅਸੀਂ ਲਗਾਉਂਦੇ ਆ। ਕਿਉਂਕਿ ਜੇ ਅਸੀਂ ਪੁਰਾਣੀਆਂ ਮਸ਼ੀਨਾਂ ਦੇ ਨਾਲ ਕੰਮ ਕਰੀਏ, ਮੰਨ ਲਓ ਅਸੀਂ ਖੇਤ ਦੇ ਵਿੱਚ ਹੀ ਖੇਤੀ ਜਿਹੜੇ ਅਸੀਂ ਪੁਰਾਣੇ ਤਰੀਕੇ ਦੇ ਨਾਲ ਕਰਦੇ ਆ ਤਾਂ ਉਨੀ ਵਧੀਆ ਖੇਤੀ ਨਹੀਂ ਕਰ ਸਕਦੇ। ਕਿਉਂਕਿ ਉਹਦੇ ਵਿੱਚ ਸਾਨੂੰ ਬੰਦਿਆਂ ਦੀ ਵੀ ਵੱਧ ਲੋੜ ਪੈਂਦੀ ਆ ਤੇ ਜਿਹੜੀਆਂ ਸਾਨੂੰ ਖਾਦ ਪਦਾਰਥਾਂ ਦੀ ਤੇ ਮਿਹਨਤ ਦੀ ਵੱਧ ਲੋੜ ਪੈਂਦੀ ਆ। ਪਰੰਤੂ ਆਧੁਨਿਕੀਕਰਨ ਦੇ ਵਿੱਚ ਕੀ ਹੁੰਦਾ? ਨਵੀਆਂ ਮਸ਼ੀਨਾਂ, ਜਿਵੇਂ ਅਸੀਂ ਟਰੈਕਟਰ ਟਰਾਲੀ ਦੇ ਰੂਪ ਦੇ ਵਿੱਚ ਗੱਡਿਆਂ ਦੀ ਥਾਂ ਤੇ ਟਰੈਕਟਰ ਦੇ ਨਾਲ ਅਸੀਂ ਕੀ ਕਰਦੇ ਹਾਂ, ਸਿੰਚਾਈ ਕਰਦੇ ਹਾਂ। ਤਾਂ ਇੱਦਾਂ ਜਿਹੜਾ ਆਧੁਨਿਕੀਕਰਨ ਦਾ ਵਿਕਾਸ ਹੋਇਆ, ਸਰਵਜਨਿਕ ਖੇਤਰ ਦਾ ਵਿਕਾਸ ਹੋਇਆ। ਤਾਂ ਲੋਕਾਂ ਦਾ ਜਿਹੜਾ ਰੁਝਾਨ ਸੀਗਾ, ਲੋਕਾਂ ਨੇ ਸਰਵਜਨਿਕ ਖੇਤਰ ਦੇ ਵਿੱਚ ਪੈਸੇ ਲਗਾਉਣੇ ਸ਼ੁਰੂ ਕੀਤੇ ਤੇ ਜਿਹੜੇ ਬੈਂਕਾਂ ਦੇ ਵਿੱਚ ਸੀ, ਜਿਹੜੇ ਲੋਕ ਨਹੀਂ ਰੱਖਦੇ ਸੀ, ਉਦੋਂ ਸੰਰਚਨਾ ਦਾ ਨਿਰਮਾਣ, ਕਿਉਂਕਿ ਉਹ ਹੌਲੀ ਹੌਲੀ ਇੱਕ ਸੰਰਚਨਾ ਬਣਾਉਂਦੇ ਆ ਆਪਣਾ, ਪ੍ਰੈਕਟੀਕਲੀ ਪਹਿਲੇ ਹੀ ਉਹ ਇੱਕ ਸਟਰਕਚਰ ਬਣਾ ਲੈਂਦੇ ਆ। ਤਾਂ ਉਵੇਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਉਹ ਕੰਮ ਕਰਦੇ ਆ। ਤਾਂ ਸੰਰਚਨਾ ਜਿਹੜੀ ਉਹ ਉਦੋਂ ਸੰਰਚਨਾ ਦਾ ਨਿਰਮਾਣ ਹੋ ਰਿਹਾ। ਸਾਡੇ ਕੋਲੇ ਛੋਟੀਆਂ ਚੀਜ਼ਾਂ ਪ੍ਰਫੁੱਲਤ ਹੋ ਰਹੀਆਂ ਨੇ ਕਿਉਂਕਿ ਜਿੰਨੀ ਸਾਡੇ ਕੋਲੇ ਟੁੱਟ ਭੱਜ ਹੁੰਦੀ ਆ ਉਹ ਤੋਂ ਅਸੀਂ ਨਵੀਂ ਚੀਜ਼ ਵਸਤੂ ਕ੍ਰੀਏਟ ਕਰ ਦਿੰਦੇ ਆ। ਉਹਨੂੰ ਅਸੀਂ ਸੰਰਚਨਾ ਕਹਿੰਦੇ ਆ, ਸਟਰਕਚਰ ਕਹਿੰਦੇ ਆ। ਜਿਹੜੀ ਚੀਜ਼ ਸਾਡੇ ਕੋਲੋਂ ਨਵੀਂ ਤੋਂ ਪੁਰਾਣੀ ਤੋਂ ਨਵੀਂ ਬਣ ਜਾਂਦੀ ਆ। ਰਾਸ਼ਟਰੀ ਆਮਦਨ ਅਤੇ ਨਿਰਯਾਤ ਵਿੱਚ ਉਦਯੋਗਾਂ ਦਾ ਵਾਧਾ ਹੋਇਆ ਹਿੱਸਾ। ਤਾਂ ਰਾਸ਼ਟਰੀ ਆਮਦਨ ਦੇ ਵਿੱਚ ਜਿਹੜਾ ਸਾਡਾ ਹਮੇਸ਼ਾ ਹਿੱਸਾ ਵੱਧ ਰਿਹਾ। ਕਿਉਂ ਵੱਧ ਰਿਹਾ? ਕਿਉਂਕਿ ਲੋਕ ਪੈਸਾ ਲਗਾ ਰਹੇ ਆ, ਉਹਨਾਂ ਦੇ ਕੋਲੇ ਆਮਦਨ ਵੱਧ ਰਹੀ ਆ
ਤੇ ਨਿਰਯਾਤ ਦਾ ਮਤਲਬ ਅਸੀਂ ਪਹਿਲਾਂ ਸਿਰਫ ਚੀਜ਼ਾਂ ਮੰਗਾਉਂਦੇ ਹੁੰਦੇ ਸੀ ਜਿਹੜੇ ਸਾਡੀਆਂ ਵਿਦੇਸ਼ੀ ਦੇ ਵਿੱਚ ਜਾਂਦੀਆਂ ਸੀ, ਪਰੰਤੂ ਅੱਜ ਅਸੀਂ ਕੀ ਕਰਨ ਲੱਗ ਪਏ, ਦੂਜੇ ਦੇਸ਼ਾਂ ਦੇ ਵਿੱਚੋਂ ਭੇਜਣ ਲੱਗ ਪਏ। ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ। ਵਿਦੇਸ਼ੀ ਸਹਿਯੋਗ ਵਿੱਚ ਵਾਧਾ ਹੋਇਆ ਕਿਉਂਕਿ ਲੋਕਾਂ ਦਾ ਜਿਹੜਾ ਦੂਸਰੇ ਦੇਸ਼ਾਂ ਦਾ ਸਹਿਯੋਗ ਵੱਧ ਗਿਆ, ਲੋਕਾਂ ਦਾ ਆਪਣਾ ਵਿਸ਼ਵਾਸ ਵੱਧ ਗਿਆ, ਕਿਉਂਕਿ ਜਦੋਂ ਮਜ਼ਬੂਤ ਉਦਯੋਗਿਕ ਢਾਂਚਾ ਹੋਊਗਾ ਤਾਂ ਜਿਹੜੇ ਦੂਸਰੇ ਵਿਦੇਸ਼ ਵਾਲੇ ਪੈਸੇ ਨੇ ਉਹ ਭਾਰਤ ਦੇ ਵਿੱਚ ਲਗਾਉਣਗੇ। ਇਸ ਤਰ੍ਹਾਂ ਜਿਹੜਾ ਵਪਾਰ ਆ ਜਿਹੜਾ ਉਹ ਵਧੂਗਾ, ਉਦਯੋਗਿਕ ਉਤਪਾਦਨ ਦੇ ਵਿੱਚ ਵਾਧਾ ਹੋਇਆ। ਤਾਂ ਇਸੇ ਤਰ੍ਹਾਂ ਜੇ ਅਸੀਂ ਹੁਣ ਉਦਯੋਗਿਕ ਮਜ਼ਬੂਤ ਢਾਂਚੇ ਦੀ ਗੱਲ ਕਰਦੇ ਹਾਂ, ਜਿਹੜੀਆਂ ਇਹ ਮਜ਼ਬੂਤ ਬਿਲਡਿੰਗਾਂ ਦੇਖ ਲਓ ਪਹਿਲਾਂ ਤੁਸੀਂ, ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਇਹ ਢਾਂਚਾ ਸੀ ਜਿਹੜਾ ਬਹੁਤ ਮਜ਼ਬੂਤ ਨਹੀਂ ਸੀ, ਪਰੰਤੂ ਹੁਣ ਹੌਲੀ ਹੌਲੀ ਵਿਕਾਸ ਦੇ ਨਾਲ ਜਿਹੜਾ ਇਹ ਮਜ਼ਬੂਤ ਹੋਇਆ, ਨਵੀਆਂ ਤਕਨੀਕਾਂ ਪੈਦਾ ਹੋਈਆਂ। ਤਾਂ ਮਜ਼ਬੂਤ ਉਦਯੋਗਿਕ ਢਾਂਚੇ ਦੇ ਵਿੱਚ ਅਨੇਕਾਂ ਉਦਯੋਗਾਂ ਦੇ ਆਧੁਨਿਕੀਕਰਨ ਰਾਹੀਂ ਉਤਪਾਦਨ ਤਕਨੀਕਾਂ ਨੂੰ ਸੁਧਾਰਿਆ ਗਿਆ। ਨਵੇਂ ਉਦਯੋਗਾਂ ਦੇ ਉਤਪਾਦਨ ਤਕਨੀਕ ਨੂੰ ਜਿੱਥੇ ਤੱਕ ਸੰਭਵ ਹੋ ਸਕਿਆ ਆਧੁਨਿਕ ਰੱਖਣ ਦਾ ਸਾਨੂੰ ਕੀ ਕੀਤਾ ਗਿਆ, ਯਤਨ ਕੀਤਾ ਗਿਆ। ਠੀਕ ਹੈ ਜੀ। ਹੁਣ ਅਸੀਂ ਜੇ ਮੰਨ ਲਓ ਪੁਰਾਣੀਆਂ ਮਸ਼ੀਨਾਂ ਨੇ ਉਹਨਾਂ ਨੂੰ ਹਟਾ ਕੇ ਅਸੀਂ ਉਹਨਾਂ ਦੀ ਥਾਂ ਤੇ ਕੀ ਲਗਾ ਰਹੇ ਹਾਂ, ਨਵੀਆਂ ਮਸ਼ੀਨਾਂ ਲਗਾ ਰਹੇ ਹਾਂ, ਜਿਹਦੇ ਨਾਲ ਉਤਪਾਦਕਤਾ ਵੱਧਦੀ ਆ ਤੇ ਜਿਹੜੀ ਚੀਜ਼ ਦੀ ਕੁਆਲਿਟੀ ਆ ਉਹ ਵੀ ਵਧੀਆ ਆਉਂਦੀ ਆ। ਆਧੁਨਿਕੀਕਰਨ ਕੀ ਹੁੰਦਾ, ਹੁਣ ਦੇਖੋ ਤੁਸੀਂ ਮੈਟਰੋ ਟ੍ਰੇਨਾਂ ਹੋ ਗਈਆਂ, ਸਾਡੇ ਕੋਲੇ ਹੋਰ ਚੀਜ਼ਾਂ ਹੋ ਗਈਆਂ, ਤਾਂ ਇਦਾਂ ਨੇ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀਆਂ ਚੱਲਦੀਆਂ ਨੇ। ਹੁਣ ਲੈਬਸ ਟੈਸਟ ਸੀ ਜਿਹੜੇ ਮੋਸਟਲੀ ਘਰਾਂ ਦੇ ਵਿੱਚ ਹੁੰਦੇ ਸੀ, ਪਰੰਤੂ ਹੁਣ ਆਧੁਨਿਕੀਕਰਨ ਦੇ ਨਾਲ ਕੀ ਹੋ ਗਏ, ਕਈ ਚੀਜ਼ਾਂ ਬਣਨ ਲੱਗ ਪਈਆਂ। ਤੁਸੀਂ ਦੇਖ ਰਹੇ ਹੋ ਪਿਕਚਰਸ ਦੇ ਵਿੱਚ ਕਿੰਨੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਕੋਲੇ ਵਿਕਾਸ ਹੋਇਆ, ਇਹਦੇ ਨਾਲ ਆਧੁਨਿਕੀਕਰਨ ਹੋਇਆ ਸਾਡਾ। ਤੇ ਪੁਰਾਣੀਆਂ ਜੇ ਅਸੀਂ ਪੁਰਾਣੀਆਂ ਜਿਹੜੀਆਂ ਹੁਣ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਤਾਂ ਇਹ ਪੁਲ ਬਣਾਏ ਗਏ, ਨਵੀਆਂ ਚੀਜ਼ਾਂ ਬਣਾਈਆਂ ਗਈਆਂ, ਤਾਂ ਸਾਰਾ ਆਧੁਨਿਕੀਕਰਨ ਹੋਇਆ ਸਾਡੇ ਕੋਲੇ। ਪੁਰਾਣੇ ਜ਼ਮਾਨੇ ਤੋਂ ਅਸੀਂ ਹਟ ਕੇ ਜਿਹੜਾ ਅਸੀਂ ਅਗਲੀ ਪੀੜ੍ਹੀ ਦੇ ਵਿੱਚ ਪਹੁੰਚੇ ਹਾਂ, ਤਾਂ ਇਹ ਸਾਡਾ ਆਧੁਨਿਕੀਕਰਨ ਆ। ਤਾਂ ਸਰਵਜਨਿਕ ਖੇਤਰ ਦਾ ਵਿਕਾਸ 1951 ਦੇ ਵਿੱਚ ਜਿਹੜਾ ਸਰਵਜਨਿਕ ਖੇਤਰ ਦਾ ਨਿਵਾਸ ਸੀ ਸਿਰਫ 29 ਕਰੋੜ ਰੁਪਏ ਸੀ, ਪਰੰਤੂ 88 ਦੇ ਵਿੱਚ ਲੋਕਾਂ ਦਾ ਰੁਝਾਨ ਵਧਿਆ, ਉਹ ਵੱਧ ਕੇ 202 ਕਰੋੜ 20 ਕਰੋੜ ਰੁਪਏ ਹੋ ਗਿਆ, 2,220 ਕਰੋੜ ਰੁਪਏ ਹੋ ਗਿਆ। 1951 ਵਿੱਚ ਸਰਵਜਨਿਕ ਖੇਤਰ ਦੇ ਵਿੱਚ ਉਦਯੋਗਿਕ ਸੰਖਿਆ ਸੀ ਜਿਹੜੀ ਸਿਰਫ 5 ਸੀ, ਜਿਹੜੀ ਵੱਧ ਕੇ ਹੁਣ ਕਿੰਨੀ ਹੋ ਗਈ, 240। ਦੇਖੋ ਜੀ 240 ਨੂੰ ਜੇ ਆਪਾਂ 5 ਨਾਲ ਡਿਵਾਈਡ ਕਰ ਦਈਏ ਤਾਂ ਕਿੰਨੀ ਆ ਗਈ, 5 ਚੌਕਾ 20 ਤੇ ਅੱਗੇ 58 ਗੁਣਾ ਸਰਵਜਨਿਕ ਖੇਤਰ ਦਾ ਵਿਕਾਸ ਹੋਇਆ। ਤੁਸੀਂ ਦੇਖ ਰਹੇ ਹੋ ਤਾਂ ਉਦੋਂ ਸੰਰਚਨਾ ਦਾ ਨਿਰਮਾਣ ਹੋਇਆ। ਠੀਕ ਹੈ ਜੀ। ਭਾਰਤ ਵਿੱਚ 5 ਸਾਲਾ ਯੋਜਨਾਵਾਂ ਚੱਲੀਆਂ। 5 ਸਾਲਾ ਯੋਜਨਾਵਾਂ ਕੀ ਹੁੰਦੀਆਂ ਨੇ ਪਿਆਰੇ ਬੱਚਿਓ, 5 ਸਾਲ ਯੋਜਨਾ ਇਹ ਹੁੰਦੀ ਹੈ, ਸਰਕਾਰ 5 ਸਾਲ ਦੇ ਲਈ ਚੁਣੀ ਜਾਂਦੀ ਆ, ਇੱਕ 5 ਸਾਲ ਯੋਜਨਾ ਬਣਾਈ ਜਾਂਦੀ ਆ, ਜਿਹਦੇ ਵਿੱਚ 5 ਸਾਲ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਘਾਟ ਹੁੰਦੀ ਆ, ਮੰਨ ਲਓ ਮਸ਼ੀਨਰੀ ਦੀ ਘਾਟ ਆ ਜਾਂ ਉਦਯੋਗ ਵੱਲ ਧਿਆਨ ਦੇਣਾ, ਖੇਤੀ ਵੱਲ, ਜਿਹੜੀਆਂ 5 ਸਾਲੀਆਂ ਯੋਜਨਾਵਾਂ ਨੇ ਉਹਦੇ ਆਧਾਰ ਦੇ ਉੱਤੇ ਉਹ ਖੇਤਰ ਬਹੁਤ ਤਰੱਕੀ ਕਰਦਾ, ਜਿਹਦੇ ਉੱਤੇ ਵੱਧ ਰੁਪਈਆ ਲਗਾਇਆ ਜਾਂਦਾ। ਜਿਵੇਂ ਪਹਿਲਾਂ 1967 ਦੇ ਵਿੱਚ ਇੱਕ ਹਰੀ ਕ੍ਰਾਂਤੀ ਆਈ ਸੀ, ਤਾਂ ਉਦੋਂ ਜਿਹੜੀ ਇੱਕ ਯੋਜਨਾ ਬਣੀ ਸੀ 5 ਸਾਲ ਯੋਜਨਾ ਦੇ ਵਿੱਚ, ਉਹ ਹਰੀ ਕ੍ਰਾਂਤੀ ਦੇ ਉੱਤੇ ਕਾਫੀ ਵਿਸਫੋਟ ਹੋਇਆ ਸਾਡਾ ਹਰੀ ਕ੍ਰਾਂਤੀ ਦਾ। ਇਸੇ ਤਰ੍ਹਾਂ ਉਦਯੋਗੀਕਰਨ ਦਾ ਵਿਕਾਸ ਹੈ ਜਿਹੜਾ 5 ਸਾਲ ਯੋਜਨਾ ਦੇ ਵਿੱਚ ਨਿਰਮਾਣ ਹੋਇਆ। ਜਿਸ ਤਰ੍ਹਾਂ ਹੁਣ ਤੁਸੀਂ ਦੇਖਦੇ ਹੋ ਬਿਜਲੀ ਦੇ ਉਪਕਰਨ ਬਣਾਉਣੇ ਸ਼ੁਰੂ ਹੋ ਗਏ, ਰੇਲਾਂ ਦੇ ਇੰਜਨ ਬਣਾਏ, ਜਿਵੇਂ ਹੁਣ ਕਪੂਰਥਲੇ ਰੇਲਾਂ ਦੇ ਇੰਜਨ ਬਣਦੇ ਆ, ਡੱਬੇ ਬਣਦੇ ਆ, ਟੈਲੀਫੋਨ ਆਦਿ ਦੇ ਨਵੇਂ ਉਦਯੋਗ ਸਥਾਪਿਤ ਕੀਤੇ ਗਏ, ਕਿਉਂਕਿ ਹੁਣ ਪਹਿਲਾਂ ਟੈਲੀਫੋਨ ਦਾ ਆਧੁਨਿਕੀਕਰਨ ਕੀ ਹੋ ਗਿਆ, ਮੋਬਾਈਲ। ਹੁਣ ਮੋਸਟਲੀ ਹਰੇਕ ਘਰ ਦੇ ਵਿੱਚ ਜਿਹੜਾ ਫੋਨ ਮੌਜੂਦ ਹੋ ਗਿਆ, ਉਹ ਭਾਵੇਂ ਮੋਬਾਈਲ ਦੇ ਰੂਪ ਦੇ ਵਿੱਚ ਹੋਇਆ, ਭਾਵੇਂ ਟੈਲੀਫੋਨ ਦੇ ਰੂਪ ਦੇ ਵਿੱਚ ਹੋਇਆ, ਕਿਉਂਕਿ ਉਹ ਗੱਲ ਆ ਜਿਹੜੀ ਅਸੀਂ ਇੱਕ ਦੂਜੀ ਥਾਂ ਕਰਦੇ। ਜਿਹੜੇ ਹੁਣ ਬਿਜਲੀ ਉਪਕਰਨ ਦੀ ਗੱਲ ਕਰੀਏ ਤਾਂ ਹੁਣ ਆਮ ਘਰਾਂ ਦੇ ਵਿੱਚ ਬਿਜਲੀ ਪੈਦਾ ਹੋ ਰਹੀ ਆ, ਨਹੀਂ ਕਿੱਥੇ ਬਿਜਲੀ ਪੈਦਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ, ਬਿਜਲੀ ਆਉਂਦੀ ਨਹੀਂ ਸੀ ਘਰਾਂ ਦੇ ਵਿੱਚ। ਹੁਣ ਤੁਸੀਂ ਕਹੋਗੇ ਬਿਜਲੀ ਅਸੀਂ ਕਿਵੇਂ ਪੈਦਾ ਕਰ ਰਹੇ ਹਾਂ, ਕਿਉਂਕਿ ਸੋਲਰ ਸਿਸਟਮ ਨੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਲੱਗੇ ਹੋਏ ਆ, ਤਾਂ ਤੁਸੀਂ ਜਿਹੜੀ ਬਿਜਲੀ ਪੈਦਾ ਕਰ ਰਹੇ ਹੋ, ਕਿਉਂਕਿ ਕੁਝ ਬਿਜਲੀ ਹੈ ਜਿਹੜੀ ਉਹ ਸੂਰਜੀ ਊਰਜਾ ਤੋਂ ਸਾਡੇ ਕੁਦਰਤੀ ਸਾਧਨਾਂ ਰਾਹੀਂ ਅਸੀਂ ਪੈਦਾ ਕੀਤੀ ਤੇ ਉਹ ਲੋਕਾਂ ਤੱਕ ਪਹੁੰਚੀ। ਤਾਂ ਇਹ ਇਸ ਤਰ੍ਹਾਂ ਸਾਡਾ ਜਿਹੜਾ ਉਹ ਸੀ ਹੋਈਆਂ ਜਿਹੜੀਆਂ ਉਹ ਸੋਲਰ ਸਿਸਟਮ ਦੀਆਂ ਪਲੇਟਾਂ ਸੀ ਜਿਹੜੀਆਂ, ਉਹਦਾ ਨਿਰਮਾਣ ਉਦਯੋਗੀਕਰਨ ਦੇ ਵਿੱਚ ਹੋਇਆ। ਰਾਸ਼ਟਰੀ ਆਮਦਨ ਅਤੇ ਨਿਰਯਾਤ ਵਿੱਚ ਉਦਯੋਗਾਂ ਦਾ ਵਾਧਾ ਹੋਇਆ, ਹਿੱਸਾ ਹੋਇਆ। ਠੀਕ ਹੈ ਜੀ। ਤਾਂ ਰਾਸ਼ਟਰੀ ਆਮਦਨ ਦੇ ਵਿੱਚ ਤੇ ਨਿਰਯਾਤ ਦੇ ਵਿੱਚ ਉਦਯੋਗਾਂ ਦਾ ਕੀ ਹੋ ਰਿਹਾ, ਵੱਡੀ ਪੱਧਰ ਤੇ ਹਿੱਸਾ ਵੱਧ ਰਿਹਾ। ਪਹਿਲਾਂ ਰਾਸ਼ਟਰੀ ਆਮਦਨ 16% ਭਾਗ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਸੀ। ਜਿਸ ਤਰ੍ਹਾਂ ਅਸੀਂ ਜੇ ਕਹੀਏ ਵੀ 65 ਤੋਂ 70% ਖੇਤੀ ਦੇ ਉੱਤੇ ਹੁੰਦਾ ਸੀ, ਤਾਂ ਰਾਸ਼ਟਰੀ ਆਮਦਨ ਦੇ ਵਿੱਚ ਹੁਣ ਉਦਯੋਗਾਂ ਦਾ 16% ਸੀਗਾ। ਕਿੰਨਾ ਸੀ, 16%, ਤੇ ਵੱਧ ਕੇ ਉਹ ਕਿੰਨਾ ਹੋ ਗਿਆ, 27.5। ਤੇ ਜਿਹੜਾ ਹੁਣ ਭਾਰਤ ਦੇ ਜੇ ਅਸੀਂ ਨਿਰਯਾਤ ਤੇ ਉਦਯੋਗਾਂ ਦਾ ਯੋਗਦਾਨ ਲਾਈਏ ਤਾਂ 45% ਹੋ ਗਿਆ, ਕਿਤੇ 16% ਕਿਤੇ 45%। ਤਾਂ ਕਾਫੀ ਚੀਜ਼ਾਂ ਨੇ ਜਿਹੜੀਆਂ ਫਰਕ ਪਿਆ। ਉਹ ਭਾਵੇਂ ਅਸੀਂ ਸਮੁੰਦਰ ਦੇ ਰਸਤੇ ਰਾਹੀਂ ਵਪਾਰ ਕਰ ਰਹੇ ਹਾਂ, ਭਾਵੇਂ ਉਹ ਹਵਾਈ ਜਹਾਜ਼ ਦੇ ਰਸਤੇ ਰਾਹੀਂ ਵਪਾਰ ਕਰ ਰਹੇ ਹਾਂ, ਭਾਵੇਂ ਉਹ ਸੜਕ ਆਵਾਜਾਈ ਦੇ ਰਸਤੇ ਰਾਹੀਂ ਅਸੀਂ ਕੀ ਕਰ ਰਹੇ ਹਾਂ, ਵਪਾਰ ਕਰ ਰਹੇ ਹਾਂ। ਵਿਦੇਸ਼ੀ ਸਹਿਯੋਗ ਵਿੱਚ ਵਾਧਾ ਸਾਨੂੰ 1957 ਵਿੱਚ ਵਿਦੇਸ਼ੀ ਸਹਿਯੋਗ ਵਿੱਚ ਸਥਾਪਿਤ ਹੋਇਆ। ਉਦਯੋਗਾਂ ਦੀ ਗਿਣਤੀ ਵਧੀ ਤਾਂ 85 ਸੀ, ਜਿਹੜੀ ਹੁਣ ਵੱਧ ਕੇ ਕਿੰਨੀ ਹੋ ਗਈ, 6000 ਦੇ ਲਗਭਗ ਹੋ ਗਈ। ਤੁਸੀਂ ਆਪ ਹੀ ਦੇਖੋ ਵੀ ਵਿਦੇਸ਼ਾਂ ਦੇ ਵਿੱਚ ਸਾਡਾ ਜਿਹੜਾ ਸੀਗਾ ਰੁਜ਼ਗਾਰ ਨਹੀਂ ਸਥਾਪਿਤ ਕੀਤੇ ਹੋਏ ਸੀ, ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। ਤਾਂ ਵਿਦੇਸ਼ਾਂ ਦੇ ਵਿੱਚ ਸਾਡਾ ਕੀ ਹੁੰਦਾ ਸੀਗਾ, ਕੋਈ ਲੈਣ ਦੇਣ ਨਹੀਂ ਹੁੰਦਾ ਸੀ। ਉਦਯੋਗ ਤਾਂ ਬਹੁਤ ਵੱਡੀ ਗੱਲ, ਤਾਂ ਹੁਣ ਵੱਧ ਕੇ ਕਿੰਨੇ ਹੋ ਗਏ, 6000। ਤਾਂ 85 ਤੋਂ ਬਹੁਤ ਵੱਡੀ ਕ੍ਰਾਂਤੀ ਹੈ ਇਹ। ਨਵੀਂ ਉਦਯੋਗਿਕ ਨੀਤੀ ਦੇ ਸਿੱਟੇ ਵਜੋਂ
ਇਸ ਵਿੱਚ ਹੋਰ ਵੀ ਤੇਜ਼ੀ ਨਾਲ ਵਾਧਾ ਹੋਣ ਦੀ ਆਸ ਹੈ। ਉਦਯੋਗਿਕ ਉਤਪਾਦਨ ਵਿੱਚ ਵਾਧਾ। ਸਾਲ 1951 ਵਿੱਚ ਦੇਸ਼ ਵਿੱਚ ਕਈ ਵਸਤੂਆਂ ਜਿਵੇਂ ਮਸ਼ੀਨਰੀ, ਟਰੈਕਟਰ, ਸਕੂਟਰਾਂ ਆਦਿ ਦਾ ਬਿਲਕੁਲ ਵੀ ਉਤਪਾਦਨ ਨਹੀਂ ਹੁੰਦਾ ਸੀ। ਤਾਂ ਤੁਸੀਂ ਦੇਖ ਰਹੇ ਹੋ ਪਹਿਲਾਂ ਕੀ ਹੁੰਦਾ ਸੀ, ਕੋਈ ਉਤਪਾਦਨ ਨਹੀਂ ਹੁੰਦਾ ਸੀ। ਤਾਂ ਉਦੋਂ ਘਰਾਂ ਦੇ ਵਿੱਚ ਮਸ਼ੀਨਰੀ, ਤਾਂ ਟਰੈਕਟਰ ਤਾਂ ਬਹੁਤ ਦੂਰ ਗੱਲ ਹੁੰਦੀ ਸੀ, ਕਿਉਂਕਿ ਇੱਕ ਪਿੰਡ ਦੇ ਵਿੱਚ ਇੱਕ ਟਰੈਕਟਰ ਹੁੰਦਾ, ਮੰਗ ਕੇ ਲੈ ਕੇ ਜਾਂਦੇ, ਦੂਜੇ ਦੇ ਉਹ ਕਰਦੇ। ਪਰੰਤੂ ਉਦਯੋਗਿਕ ਦਾ ਵਿਕਾਸ ਹੋਇਆ 1951 'ਚ, ਨਵੀਆਂ ਮਸ਼ੀਨਰੀਆਂ ਹੋਈਆਂ, ਨਵੇਂ ਟਰੈਕਟਰਾਂ ਦਾ ਉਤਪਾਦਨ ਹੋਇਆ। ਇਹਨਾਂ ਸਾਰੀਆਂ ਵਸਤੂਆਂ ਦਾ ਉਤਪਾਦਨ ਦੇਸ਼ ਵਿੱਚ ਕਾਫੀ ਮਾਤਰਾ ਵਿੱਚ ਹੁਣ ਹੋਣ ਲੱਗਿਆ। ਤਾਂ ਕਰਕੇ ਜਿਹੜਾ ਅਸੀਂ ਕੀ ਕਰ ਸਕਦੇ ਹਾਂ, ਇਹ ਅਸੀਂ ਛੇਤੀ ਕੰਮ ਕਰ ਸਕਦੇ ਹਾਂ। ਤਾਂ ਡੈਸ਼ ਆਯੋਜਨ ਕਰਨ ਨਾਲ ਭਾਰਤ ਦਾ ਉਦਯੋਗੀਕਰਨ ਢਾਂਚਾ ਪਹਿਲਾਂ ਤੋਂ ਕੀ ਹੋਇਆ, ਮਜ਼ਬੂਤ ਹੋ ਗਿਆ। ਆਜ਼ਾਦੀ ਤੋਂ ਜੇ ਅਸੀਂ ਪਹਿਲਾਂ ਸੋਚੀਏ ਤਾਂ ਹੁਣ ਇਹ ਕੁਐਸਚਨਾਂ ਦਾ ਆਨਸਰ ਸੋਚੋ, ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਉੱਤਰ ਦਿੰਦਾ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਡੈਸ਼ ਦਾ ਬਹੁਤ ਘੱਟ ਵਿਕਾਸ ਹੋਇਆ। ਭਾਰਤ ਦਾ ਸੰਸਾਰ ਵਿੱਚ ਉਦਯੋਗੀਕਰਨ ਦੇਸ਼ਾਂ ਵਿੱਚ ਡੈਸ਼ ਸਥਾਨ ਹੋ ਗਿਆ। ਡੈਸ਼ ਆਧੁਨਿਕਰਨ ਰਾਹੀਂ ਡੈਸ਼ ਤਕਨੀਕਾਂ ਵਿੱਚ ਨੂੰ ਸੁਧਾਰਿਆ ਗਿਆ। ਦੇਖੋ ਜੀ, ਪਹਿਲਾ ਕੁਐਸਚਨ ਹੈਗਾ ਤੁਹਾਡਾ ਆਰਥਿਕ ਆਯੋਜਨ ਕਰਨ ਨਾਲ ਭਾਰਤ ਦਾ ਉਦਯੋਗਿਕ ਢਾਂਚਾ ਪਹਿਲਾਂ ਤੋਂ ਕੀ ਹੋ ਗਿਆ, ਮਜ਼ਬੂਤ ਹੋ ਗਿਆ। ਤਾਂ ਕੁਝ ਬੱਚਿਆਂ ਦਾ ਆਨਸਰ ਹੋ ਸਕਦਾ ਵੀ ਠੀਕ ਹੋਵੇ, ਤਾਂ ਵੈਰੀ ਗੁੱਡ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦਾ ਬਹੁਤ ਘੱਟ ਵਿਕਾਸ ਹੋਇਆ ਸੀ। ਭਾਰਤ ਦਾ ਸੰਸਾਰ ਦਾ ਵਿੱਚ ਉਦਯੋਗਿਕ ਦੇਸ਼ਾਂ ਵਿੱਚ ਕਿੰਨਵਾਂ ਸਥਾਨ ਸੀ, 90ਵਾਂ। ਠੀਕ ਹੈ ਜੀ, ਸੰਸਾਰ ਦੇ ਵਿੱਚ 90ਵਾਂ ਸਥਾਨ ਹੋ ਗਿਆ। ਉਦਯੋਗਾਂ ਦੇ ਆਧੁਨਿਕੀਕਰਨ ਰਾਹੀਂ ਉਤਪਾਦਨ ਤਕਨੀਕਾਂ ਨੂੰ ਕੀ ਗਿਆ, ਸੁਧਾਰਿਆ ਗਿਆ। ਪਹਿਲਾਂ ਟਰੈਕਟਰ ਟਰਾਲੀਆਂ ਨਹੀਂ ਹੁੰਦੇ ਸੀ। ਤਾਂ ਤੁਸੀਂ ਸਹੀ ਉੱਤਰ ਦੀ ਚੋਣ ਕਰਨੀ ਆ। ਤਾਂ ਜਦੋਂ ਤੁਸੀਂ ਸਹੀ ਉੱਤਰ ਦੀ ਚੋਣ ਕਰੋਗੇ, ਇੱਕ ਇਹ ਕੀ ਆਪਣੇ ਕੋਲੇ ਕੀ ਆ, ਇਹ ਤੁਹਾਨੂੰ ਵਧੀਆ ਲੱਗੂਗਾ ਵੀ 1950-51 ਦੇ ਵਿੱਚ ਸਰਵਜਨਿਕ ਖੇਤਰ ਉਦਯੋਗਾਂ ਦੀ ਸੰਖਿਆ ਵੱਧ ਕੇ 5 ਤੋਂ ਵੱਧ ਕੇ ਕਿੰਨੀ ਹੋ ਗਈ ਦੇਖੋ ਜੀ। ਤਾਂ ਜੇ ਮੈਂ ਇਹ ਤੇ ਕਲਿੱਕ ਕਰਦਾ ਤਾਂ ਦੇਖੋ ਜੀ ਆਨਸਰ ਕੀ ਹੋ ਗਿਆ, ਸਹੀ ਉੱਤਰ ਹੋ ਗਿਆ ਜੀ ਤੁਹਾਡਾ। ਵੈਰੀ ਗੁੱਡ, ਵੈਲ ਡਨ। ਤਾਂ ਜੇ ਮੰਨ ਲਓ ਤੁਹਾਨੂੰ ਮੈਂ ਕਿਤੇ ਕਲਿੱਕ ਕਰਦਾ, ਤਾਂ ਮੈਂ ਇਹਤੇ ਕਲਿੱਕ ਕਰਦਾ ਤਾਂ ਤੁਹਾਡਾ ਕੀ ਹੋ ਜਾਂਦਾ, ਉੱਤਰ ਗਲਤ ਜਵਾਬ ਸੀਗਾ। ਤਾਂ ਇਹ ਇੱਕ ਮੈਂ ਆਨਸਰ ਕੀ ਬਣਾਈ ਸੀ, ਇੱਕ ਤੁਹਾਨੂੰ ਦਿਲਚਸਪ ਆਨਸਰ ਦਿੱਤਾ ਸੀ ਵੀ ਚਲੋ ਬੱਚਿਆਂ ਦਾ ਇੱਕ ਮਨੋਰੰਜਨ ਹੋ ਜਾਂਦਾ। ਇੱਕ ਕੁਐਸਚਨ ਹੋਰ ਆ, ਪਹਿਲੀ ਯੋਜਨਾ ਵਿੱਚ ਰਾਸ਼ਟਰੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਭਾਗ ਉਦਯੋਗਾਂ ਵਿੱਚ ਪ੍ਰਾਪਤ ਹੋਇਆ। ਦੇਖੋ ਜੀ ਕਿੰਨੇ ਹੋਇਆ, ਤਾਂ ਸਾਰੇ ਬੱਚੇ ਦੇਖੋ ਕਿੰਨਾ ਹੋਇਆ, 16%। ਰਾਈਟ, ਤਾਂ ਇਹ ਤੁਹਾਡਾ ਰਾਈਟ ਆਨਸਰ ਹੋ ਗਿਆ ਜੀ। ਤਾਂ ਇਸ ਤਰ੍ਹਾਂ ਕਿੰਨੇ ਪਰਸੈਂਟ ਹੋਇਆ, ਰਾਈਟ। ਤਾਂ ਇਹ ਇੱਕ ਪਹੇਲੀ ਆ। ਭਾਰਤ ਦੇ ਨਿਰਯਾਤ ਵਿੱਚ ਉਦਯੋਗਾਂ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਤੇ ਲਗਭਗ ਸੀਗਾ। ਹੁਣ ਦੇਖੋ ਜੀ ਕਿੰਨੇ ਆ, ਜਿਹੜੇ ਬੱਚੇ ਕਿੰਨੇ ਕਹਿ ਰਹੇ ਆ, 70 ਕਹਿ ਰਹੇ ਆ, 25 ਕਹਿ ਰਹੇ ਆ। ਦੇਖੋ ਜੀ ਪਹਿਲਾਂ ਮੈਂ 25 ਵਾਲੇ ਤੇ ਕਰ ਦੇਣਾ ਟਿਕ, ਗਲਤ ਹੋ ਗਿਆ ਜੀ। ਤਾਂ ਫਿਰ ਤੁਸੀਂ ਆਓ, ਫਿਰ ਕਿਤੇ ਦੇਖੀਏ ਜੀ ਆਪਾਂ, ਫਿਰ ਦੇਖੋ ਕਿਹੜੇ ਬੱਚੇ ਕਹਿ ਰਹੇ ਆ 70, ਤਾਂ ਅਸੀਂ 70 ਤੇ ਕਰਕੇ ਦੇਖ ਲੈਨੇ ਆ। ਇਹ ਵੀ ਤੁਹਾਡਾ ਗਲਤ ਹੋ ਗਿਆ। ਤਾਂ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਊ ਕਿਹੜਾ ਜਵਾਬ ਆਊਗਾ। ਤਾਂ ਕਿਹੜਾ ਆਨਸਰ ਆਊਗਾ, 45%। 45% ਤੁਹਾਡਾ ਕੀ ਹੋ ਗਿਆ, ਸਹੀ ਜਵਾਬ ਹੋ ਗਿਆ। ਤਾਂ ਇਸ ਤਰ੍ਹਾਂ ਜਿਹੜੇ ਆਨਸਰ ਨੇ ਉਹ ਕੀ ਹੋ ਜਾਂਦੇ ਆ, ਸਹੀ ਮਿਲ ਜਾਂਦੇ ਆ। ਤਾਂ 1947 ਦੇ ਵਿੱਚ ਪਹਿਲਾਂ 85 ਸੀ, ਹੁਣ ਕਿੰਨੀ ਹੋਈ ਆ, ਮੈਨੂੰ ਲੱਗਦਾ ਇਹ ਆਨਸਰ ਸਾਰਿਆਂ ਨੂੰ ਪਤਾ ਹੀ ਹੋਊਗਾ। ਕਿੰਨਾ ਹੋ ਗਿਆ ਇਹ, 6000। ਵੱਧ ਕੇ ਕੀ ਹੋ ਗਿਆ, 6000। ਇੱਕ ਇਹ ਛੋਟੀ ਜਿਹੀ ਪਹੇਲੀ ਸੀ, ਕਿਉਂਕਿ ਬੱਚਿਆਂ ਨੂੰ ਥੋੜਾ ਜਿਹਾ ਇੰਟਰਸਟਿੰਗ ਬਣਾਉਣ ਵਾਸਤੇ ਮੈਂ ਕੁਐਸਚਨ ਕਰੇ ਸੀ। ਆਰਥਿਕ ਯੋਜਨਾ ਕਰਨ ਨਾਲ ਭਾਰਤ ਦੇ ਉਦਯੋਗਿਕ ਢਾਂਚੇ ਵਿੱਚ ਕੀ ਅੰਤਰ ਆਇਆ। ਦੇਸ਼ ਵਿੱਚ ਸਰਵਜਨਿਕ ਖੇਤਰ ਦਾ ਵਿਕਾਸ ਕਿੰਨੇ ਪ੍ਰਤੀਸ਼ਤ ਹੋਇਆ। ਵਿਦੇਸ਼ੀ ਸਹਿਯੋਗ ਨਾਲ ਉਦਯੋਗਾਂ ਦੀ ਗਿਣਤੀ ਦੇ ਵਿੱਚ ਕਿੰਨਾ ਅੰਤਰ ਆਇਆ। ਰਾਸ਼ਟਰੀ ਆਮਦਨ ਤੇ ਮੈਂ ਨਾਲ ਕੁਐਸਚਨ ਇਸ ਕਰਕੇ ਕਰਾਇਆ ਕਿਉਂਕਿ ਤੁਹਾਡਾ ਦਿਮਾਗ ਦੇ ਵਿੱਚ ਆਨਸਰ ਰਹਿੰਦੇ ਆ। ਆਰਥਿਕ ਆਯੋਜਨ ਕਰਨ ਨਾਲ ਭਾਰਤ ਦਾ ਉਦਯੋਗਿਕ ਢਾਂਚਾ ਪਹਿਲਾਂ ਤੋਂ ਕੀ ਹੋਇਆ ਸੀ, ਮਜ਼ਬੂਤ ਹੋਇਆ ਸੀ। ਦੇਸ਼ ਵਿੱਚ ਕਈ ਨਵੀਆਂ ਮਹੱਤਵਪੂਰਨ ਵਸਤੂਆਂ ਦਾ ਉਤਪਾਦਨ ਕੀਤਾ ਜਾਣ ਲੱਗ ਪਿਆ। ਸਿੱਟੇ ਵਜੋਂ ਉਦਯੋਗਿਕ ਵਿਕਾਸ ਦਾ ਸੰਤੁਲਨ ਹੋ ਗਿਆ। 1951 ਵਿੱਚ ਸਰਵਜਨਿਕ ਖੇਤਰ ਦਾ ਕੁੱਲ ਨਿਵੇਸ਼ 29 ਕਰੋੜ ਰੁਪਏ ਸੀ। ਕਿੰਨਾ ਸੀ, 29 ਕਰੋੜ ਰੁਪਏ। 88 ਵਿੱਚ ਇਹ ਵੱਧ ਕੇ ਕਿੰਨਾ ਹੋ ਗਿਆ, 202,020 ਕਰੋੜ ਰੁਪਏ ਹੋ ਗਿਆ। 1951 ਵਿੱਚ ਸਰਵਜਨਿਕ ਖੇਤਰ ਦੇ ਉਦਯੋਗਾਂ ਦੀ ਸੰਖਿਆ ਸਿਰਫ 5 ਸੀ। ਹੁਣ ਇਹ ਵੱਧ ਕੇ ਕਿੰਨੀ ਹੋ ਗਈ, 240 ਹੋ ਗਈ। ਤਾਂ ਤੀਜਾ ਕੁਐਸਚਨ ਸੀ ਸਾਡਾ, ਸਨ 1957 ਵਿੱਚ ਵਿਦੇਸ਼ੀ ਸਹਿਯੋਗ ਨਾਲ ਸਥਾਪਿਤ ਉਦਯੋਗਾਂ ਦੀ ਗਿਣਤੀ ਕਿੰਨੀ ਸੀ, 85 ਸੀ, ਜਿਹੜੀ ਵੱਧ ਕੇ ਕਿੰਨੀ ਹੋ ਗਈ, 6000 ਦੇ ਲਗਭਗ ਹੋ ਗਈ। ਤਾਂ ਪਿਆਰੇ ਬੱਚਿਓ, ਨਾਲ ਜੇ ਤੁਸੀਂ ਕਰ ਸਕਦੇ ਹੋ ਤਾਂ ਨੋਟ ਕਰ ਲਓ, ਠੀਕ ਆ। ਨਹੀਂ ਫਿਰ ਧਿਆਨ ਨਾਲ ਸੁਣੋ ਤੇ ਆਪਣੇ ਆਪ ਤੁਸੀਂ ਪ੍ਰਿਪੇਅਰ ਕਰਨੇ ਆ। ਇਹ ਮੈਂ ਕੁਐਸਚਨ ਆਨਸਰ ਦੇ ਨਾਲ ਜਿਹੜਾ ਬੱਚੇ ਦਾ ਲੈਸਨ ਆ ਜਿਹੜਾ ਬਹੁਤ ਛੇਤੀ ਹੋ ਜਾਂਦਾ। ਤਾਂ ਵਧੀਆ ਲੱਗ ਰਿਹਾ। ਪਹਿਲੀ 5 ਸਾਲ ਯੋਜਨਾ ਵਿੱਚ ਰਾਸ਼ਟਰੀ ਆਮਦਨ ਦਾ 16% ਭਾਗ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਸੀ, ਪਰੰਤੂ 5 ਸਾਲ ਯੋਜਨਾਵਾਂ ਦੌਰਾਨ ਉਦਯੋਗਾਂ ਦਾ ਵਿਕਾਸ ਨਾ ਹੋਣ ਕਾਰਨ ਰਾਸ਼ਟਰੀ ਆਮਦਨ ਦਾ ਲਗਭਗ 27.5% ਹਿੱਸਾ ਉਦਯੋਗੀ ਖੇਤਰ ਤੋਂ ਪ੍ਰਾਪਤ ਹੋਇਆ। ਠੀਕ ਹੈ ਜੀ। ਪਹਿਲੀ 5 ਸਾਲ ਯੋਜਨਾ ਕਦੋਂ ਹੋਈ ਸੀ, 1951 ਤੋਂ 56। ਠੀਕ ਹੈ ਜੀ। ਤਾਂ ਇਸ ਤਰ੍ਹਾਂ ਹੁਣ ਆਪਣੀ 21ਵੀਂ 22ਵੀਂ ਯੋਜਨਾ ਚੱਲ ਰਹੀ ਆ। ਉਸ ਤੋਂ ਬਾਅਦ ਕੁਟੀਰ ਉਦਯੋਗ। ਕੁਟੀਰ ਉਦਯੋਗਾਂ ਬਾਰੇ ਕੋਈ ਬੱਚਾ ਮੈਨੂੰ ਦੱਸ ਸਕਦਾ ਵੀ ਕੁਟੀਰ ਉਦਯੋਗ ਕੀ ਹੁੰਦੇ ਆ। ਤੇ ਜੇ ਤੁਸੀਂ ਤਸਵੀਰ ਦੇਖ ਰਹੇ ਹੋ, ਕੁਟੀਰ ਉਦਯੋਗ ਉਹ ਉਦਯੋਗ ਹੁੰਦੇ ਆ ਜਿਹੜੇ ਬਹੁਤ ਛੋਟੇ ਪੈਮਾਨੇ ਦੇ ਉਦਯੋਗ ਹੁੰਦੇ ਆ। ਠੀਕ ਆ, ਜਿਹੜੇ ਆਮ ਕਿਤੇ ਹੁੰਦੇ ਆ, ਪਿੰਡਾਂ ਦੇ ਵਿੱਚ ਹੁੰਦੇ ਆ ਤੇ ਛੋਟੇ ਛੋਟੇ ਬਣਾਏ ਜਾਂਦੇ ਆ। ਉਹ ਘਰਾਂ ਦੇ ਵਿੱਚ ਹੀ, ਜਿਵੇਂ ਕਿਸੇ ਨੇ ਦਰੀ ਬੁਣ ਲਈ, ਠੀਕ ਆ,
ਘਰ ਦੇ ਵਿੱਚ ਚਰਖਾ ਕੱਤ ਲਿਆ, ਠੀਕ ਆ, ਮੁਰਗੀਆਂ ਪਾਲਣੀਆਂ, ਉਹ ਛੋਟੇ ਛੋਟੇ ਕੁਟੀਰ ਉਦਯੋਗ ਨੇ। ਉਹਨਾਂ ਦੇ ਵਿੱਚ ਕੀ ਹੁੰਦਾ, ਉਹਨਾਂ ਦੇ ਆਪਣੇ ਹੀ ਬੰਦੇ ਕੰਮ ਕਰਦੇ ਆ, ਆਪਣੀ ਹੈਸੀਅਤ ਦੇ ਮੁਤਾਬਕ ਕੰਮ ਕੀਤਾ ਜਾਂਦਾ। ਜੇ ਘਰ ਛੋਟਾ ਜਾਂ ਕਿਤੇ ਵੀ ਉਹ ਕਰਦੇ ਆ ਤਾਂ ਉਹਦੇ ਮੁਤਾਬਕ ਹੀ ਜਿਹੜਾ ਉਦਯੋਗ ਆ ਉਸ ਤਰ੍ਹਾਂ ਹੀ ਜਿਹੜੀ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਕੁਟੀਰ ਉਦਯੋਗ ਉਹ ਉਦਯੋਗ ਹੁੰਦੇ ਆ ਜੋ ਪੂਰਨ ਰੂਪ ਨਾਲ ਜਾਂ ਅੰਸ਼ਿਕ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ। ਹੁਣ ਪੂਰਨਕਾਲੀਨ ਜਾਂ ਅੰਸ਼ਕਾਲੀਨ ਕੀ ਹੁੰਦਾ, ਇਹ ਥੋੜੇ ਜਿਹੇ ਟਾਈਮ ਲਈ ਚਲਾਇਆ ਜਾਂਦਾ। ਜਦੋਂ ਮੰਨ ਲਓ ਟਾਈਮ ਨਾਲ ਜੇ ਕਿਸੇ ਦੇ ਘਰ ਦੇ ਵਿੱਚ ਕੀ ਹੁੰਦਾ, ਥੋੜਾ ਜਿਹਾ ਸਮੇਂ ਬੱਚੇ ਨੇ ਜਿਹੜੇ ਉਹ ਛੋਟੇ ਨੇ, ਉਹਨਾਂ ਦੇ ਆਪਸ ਦੇ ਵਿੱਚ ਕਰਕੇ ਕੀ ਕਰਦੇ ਆ, ਕੰਮ ਕਰਨ ਲੱਗ ਜਾਂਦੇ ਆ, ਉਹ ਪੂਰਨਕਾਲੀਨ ਚਲਾਉਂਦੇ ਆਗੇ। ਜੇ ਉਹਨਾਂ ਦਾ ਕੰਮ ਵਧੀਆ ਚੱਲ ਪਏ ਤਾਂ ਅੰਸ਼ਕਾਲੀਨ ਹੋ ਜਾਂਦਾ, ਨਹੀਂ ਉਹ ਪੂਰਨਕਾਲੀਨ ਹੋ ਜਾਂਦਾ। ਤਾਂ ਉਹ ਸਮਾਂ ਵੀ ਬਹੁਤ ਘੱਟ ਹੁੰਦਾ ਤੇ ਉਹ ਪਰਿਵਾਰ ਦੇ ਮੈਂਬਰ ਹੀ ਜਿਹੜਾ ਕੰਮ ਕਰਦੇ ਆ। ਕੁਟੀਰ ਉਦਯੋਗ ਇਸ ਤਰ੍ਹਾਂ ਦੇ ਉਦਯੋਗ ਦਾ ਕਾਰੋਬਾਰ ਬਹੁਤਾ ਕਰਕੇ ਆਪਣੇ ਘਰਾਂ ਵਿੱਚ ਹੀ ਚਲਾਉਂਦੇ ਨੇ। ਮਸ਼ੀਨਾਂ ਦਾ ਪ੍ਰਯੋਗ ਬਹੁਤ ਘੱਟ ਕੀਤਾ ਜਾਂਦਾ ਹੈ। ਮਸ਼ੀਨਾਂ ਦਾ ਪ੍ਰਯੋਗ ਨਹੀਂ ਕਰਦੇ, ਉਹ ਕੀ ਕਰਦੇ ਆ, ਸਿਰਫ ਹੱਥ ਦੇ ਨਾਲ ਹੀ ਕੰਮ ਕਰਦੇ ਆ। ਇਹਨਾਂ ਵਿੱਚ ਪੂੰਜੀ ਬਹੁਤ ਘੱਟ ਲੱਗਦੀ ਹੈ। ਇਹਨਾਂ ਦੇ ਵਿੱਚ ਪੂੰਜੀ ਨਹੀਂ ਲੱਗਦੀ ਕਿਉਂਕਿ ਜਿੰਨੇ ਕਿ ਸਾਡੇ ਕੋਲੇ ਆਰਥਿਕ ਸਾਧਨ ਹੁੰਦੇ ਆ ਘਰ ਦੇ ਵਿੱਚ, ਉਹੀ ਅਸੀਂ ਸਾਧਨ ਵਰਤਦੇ ਆ। ਉਹੀ ਸਾਧਨ ਵਰਤ ਕੇ ਅਸੀਂ ਕੀ ਕਰਦੇ ਆ, ਆਪਣਾ ਕੰਮ ਚਲਾਉਂਦੇ ਆ। ਉਹ ਕੰਮ ਚਲਾਉਣ ਦੇ ਨਾਲ ਸਾਡੇ ਕੋਲੇ ਇੱਕ ਪੂੰਜੀ ਹੈ ਜਿਹੜੀ ਘੱਟ ਲੱਗੀ ਹੁੰਦੀ ਆ। ਪਿੰਡਾਂ ਵਿੱਚ ਸਥਿਤ ਉਦਯੋਗਾਂ ਨੂੰ ਪੇਂਡੂ ਉਦਯੋਗ ਵੀ ਕਿਹਾ ਜਾਂਦਾ ਹੈ। ਜਿਹੜੇ ਪਿੰਡਾਂ ਦੇ ਵਿੱਚ ਲੱਗੇ ਹੁੰਦੇ ਆ ਉਦਯੋਗ, ਉਹ ਕੀ ਹੁੰਦੇ ਨੇ, ਪੇਂਡੂ ਉਦਯੋਗ ਹੁੰਦੇ ਆ। ਮਹੱਤਵ, ਇਹਨਾਂ ਉਦਯੋਗਾਂ ਦੇ ਦੋ ਮੁੱਖ ਲਾਭ ਲਿਖੋ। ਕੁਟੀਰ ਉਦਯੋਗਾਂ ਦੇ ਫਲਸਰੂਪ ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਕੀ ਮਿਲਦੇ ਨੇ, ਵੱਧ ਮਿਲਦੇ ਆ। ਤਾਂ ਇਹ ਪਿਆਰੇ ਬੱਚਿਓ ਕੁਐਸਚਨ ਵੀ ਆ ਸਕਦਾ। ਕੁਟੀਰ ਉਦਯੋਗਾਂ ਦੇ ਕੋਈ ਦੋ ਲਾਭ ਲਿਖਣੇ ਆ। ਕੁਟੀਰ ਉਦਯੋਗ ਕਿੱਥੇ ਹੁੰਦੇ ਆ, ਪਿੰਡ ਦੇ ਵਿੱਚ। ਦੂਜਾ ਕੀ ਆ, ਉਹਨਾਂ ਦੇ ਵਿੱਚ ਰੁਜ਼ਗਾਰ ਦਾ ਮੌਕੇ ਦੇ ਵੱਧ ਮਿਲਦੇ ਆ। ਤੀਜਾ ਕੀ ਆ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਹੀ ਕੀ ਕਰਦੇ ਆ, ਉਹ ਰੁਜ਼ਗਾਰ ਦੇ ਸਕਦੇ ਆ। ਇਹਨਾਂ ਉਦਯੋਗਾਂ ਦੇ ਲਾਭ ਹੇਠ ਲਿਖੇ ਹੋਰ ਵੀ ਨੇ। ਇਹਨਾਂ ਵਿੱਚ ਕਲਾਤਮਕ ਮਹਿੰਗੀਆਂ ਵਸਤੂਆਂ ਦਾ ਵੀ ਉਤਪਾਦਨ ਹੁੰਦਾ ਹੈ। ਕਈ ਵਾਰੀ ਬੱਚਾ ਘਰ ਦੇ ਵਿੱਚ ਵਧੀਆ ਕੰਮ ਕਰ ਸਕਦਾ। ਇੱਕ ਕਲਾਤਮਕ ਸਾਡੇ ਕੋਲ ਜਿੰਨੀਆਂ ਕਿਰਿਆਵਾਂ ਹੁੰਦੀਆਂ ਨੇ, ਆਪਣੇ ਦਿਮਾਗ ਦੇ ਨਾਲ ਅਸੀਂ ਵਰਤ ਕੇ ਵਸਤੂਆਂ ਦਾ ਕੀ ਕਰ ਸਕਦੇ ਹਾਂ, ਉਤਪਾਦਨ ਕਰ ਸਕਦੇ ਹਾਂ। ਜੇ ਤੁਸੀਂ ਪੁਰਾਣੀਆਂ ਚੀਜ਼ਾਂ ਦੇਖੀਆਂ ਹੋਣਗੀਆਂ, ਉਹਦੇ ਉੱਤੇ ਦਰੀਆਂ ਦੇ ਉੱਤੇ ਕਿਸੇ ਦਾ ਮੂੰਹ ਬਣਾਤਾ, ਕਿਸੇ ਦਾ ਕੀ ਬਣਾਤਾ ਨਾ, ਕਿਸੇ ਨੂੰ ਪੇਂਟਿੰਗ ਦੇ ਵਿੱਚ ਦੇ ਦੀਆਂ, ਤਾਂ ਕਲਾਤਮਕ ਚੀਜ਼ਾਂ ਸੀ ਮਹਿੰਗੀਆਂ, ਤੇ ਜਿਹੜੀਆਂ ਅਸੀਂ ਅੱਜ ਦੀ ਘੜੀ ਵੀ ਕਈ ਵਾਰੀ ਸਾਨੂੰ ਨਹੀਂ ਮਿਲਦੀਆਂ। ਕਿਉਂਕਿ ਜਦੋਂ ਅਸੀਂ ਰਸੋਈ ਦੀ ਘਰ ਦੀ ਸਜਾਵਟ ਕਰਦੇ ਤਾਂ ਉਹ ਕਲਾਤਮਕ ਹੀ ਕਰਦੇ ਹੁੰਦੇ ਸੀ। ਜਿਸ ਤਰ੍ਹਾਂ ਅਸੀਂ ਅੱਜ ਰੰਗ ਰੋਗ ਪੇਟਣਾ ਉਹ ਨਹੀਂ ਕਰਦੇ ਹੁੰਦੇ ਸੀ। ਇਹਨਾਂ ਕਰਕੇ ਲੋਕਾਂ ਦੇ ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਕੇ ਬਸਣ ਦੀ ਪ੍ਰਵਿਰਤੀ ਘਟ ਜਾਂਦੀ ਆ। ਕਿਉਂਕਿ ਜੇ ਲੋਕ ਕੁਟੀਰ ਉਦਯੋਗ ਚਲਾਉਂਦੇ ਆ ਤਾਂ ਉਹ ਸ਼ਹਿਰ ਦੇ ਵਿੱਚ ਨਹੀਂ ਜਾਂਦੇ, ਉਹ ਪਿੰਡ ਦੇ ਵਿੱਚ ਹੀ ਆਪਣਾ ਕੰਮ ਆ ਜਿਹੜਾ ਉਹ ਚਲਾਈ ਰੱਖਦੇ ਆ। ਜਿਹੜੇ ਕੁਟੀਰ ਉਦਯੋਗ ਚਲਾਉਂਦੇ ਆ, ਤੁਸੀਂ ਮੋਸਟਲੀ ਦੇਖਿਆ ਹੋਊਗਾ, ਉਹ ਪਿੰਡ ਦੇ ਵਿੱਚ ਹੀ ਬਸਣਾ ਪਸੰਦ ਕਰਦੇ ਆ। ਪਤਨ ਦੇ ਕਾਰਨ ਇਹਨਾਂ ਦੇ ਇਹ ਕਿਉਂ ਕਿਜਸ ਆਫ ਡਿਕਲਾਈਨ ਕਿਉਂ ਹੋਏ, ਇਹ ਕਿਉਂ ਨੁਕਸਾਨ ਹੋਇਆ? ਕਿਉਂਕਿ ਇਹਨਾਂ ਦੇ ਉਦਯੋਗਾਂ ਦੇ ਪਤਨ ਦੇ ਮੁੱਖ ਕਾਰਨ ਸੀ ਸਾਡੇ ਕੋਲੇ ਇਹ ਸਸਤੇ ਉਤਪਾਦਨ ਦਾ ਕੁਟੀਰ ਉਦਯੋਗਾਂ ਦਾ ਉਤਪਾਦਨ ਦਾ ਮੁਕਾਬਲਾ ਨਹੀਂ ਕਰ ਸਕਦੇ। ਕਿਉਂਕਿ ਇਹ ਉਦਯੋਗਾਂ ਦੇ ਵਿੱਚ ਜਿਹੜਾ ਮਾਲ ਆ ਉਹ ਉਸ ਤਰ੍ਹਾਂ ਨਹੀਂ ਕਰ ਸਕਦਾ ਤੇ ਇਹਨਾਂ ਦੀ ਉਚਿਤ ਮਾਤਰਾ ਵਿੱਚ ਸਸਤਾ ਵਿੱਚ ਸਾਨੂੰ ਨਹੀਂ ਮਿਲ ਸਕਦਾ। ਪਿੰਡੂ ਦਸਤਕਾਰਾਂ ਨੂੰ ਆਧੁਨਿਕ ਵਪਾਰਕ ਖੋਜਾਂ, ਡਿਜ਼ਾਈਨਾਂ, ਵਿਕਰੀ ਅਤੇ ਵਿਗਿਆਪਨ ਤਕਨੀਕਾਂ ਦਾ ਗਿਆਨ ਨਹੀਂ ਹੁੰਦਾ। ਤਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ। ਜਿਹੜੀਆਂ ਇਹ ਚੀਜ਼ਾਂ ਨੇ ਪਤਨ ਦੇ ਕਾਰਨ ਤੇ ਸਾਨੂੰ ਲੈ ਕੇ ਜਾਂਦੀਆਂ ਨੇ, ਤੇ ਇਹਦੇ ਉਪਾਅ ਸਾਨੂੰ ਕੀ ਕਰਨੇ ਚਾਹੀਦੇ ਆ? ਕੁਟੀਰ ਉਦਯੋਗਾਂ ਦੇ ਵਿਕਾਸ ਲਈ ਕਈ ਉਪਾਅ ਕੀਤੇ ਜਾਂਦੇ ਹਨ, ਜਿਵੇਂ ਕਿ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੀ ਸਥਾਪਨਾ ਕੀਤੀ ਆ, ਜੋ ਇਹਨਾਂ ਉਦਯੋਗਾਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖਭਾਲ ਕਰੂਗਾ। ਇੱਕ ਕਮਿਸ਼ਨ ਬਣਾਤਾ ਉਹਨਾਂ ਨੇ, ਖਾਦੀ ਤੇ ਗ੍ਰਾਮ ਹੁੰਦਾ ਪਿੰਡਾਂ ਦਾ, ਤਾਂ ਇੱਕ ਕਮੇਟੀ ਬਣਾਤੀ ਖਾਦੀ ਤੇ ਗ੍ਰਾਮ ਕਮਿਸ਼ਨ ਉਦਯੋਗ ਕਰਤਾ। ਉਹ ਇਹਨਾਂ ਦੀਆਂ ਵਿਸ਼ੇਸ਼ ਲੋੜਾਂ ਦੇਖਦਾ, ਜਿਹੜੀਆਂ ਲੋੜਾਂ ਉਹਨਾਂ ਨੂੰ ਲੋੜ ਹੁੰਦੀ ਆ ਉਹ ਲੋੜਾਂ ਦੇ ਉੱਤੇ ਕੀ ਕਰਦੇ ਆ, ਧਿਆਨ ਦਿੰਦੇ ਆ। ਤਾਂ ਕੁਟੀਰ ਉਦਯੋਗਾਂ ਦੇ ਵਿਕਾਸ ਲਈ ਕਈ ਉਪਾਅ ਵੀ ਕੀਤੇ ਗਏ ਨੇ, ਜਿਵੇਂ ਕਿ ਇਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਦਿੱਤਾ ਜਾਂਦਾ ਹੈ ਅਤੇ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਪਹਿਲਾਂ ਕੀ ਸੀ, ਕੁਟੀਰ ਉਦਯੋਗਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ, ਤਾਂ ਇਹ ਹੁਣ ਵਿਕਰੀ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ। ਮਾਰਕੀਟ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਦਾ ਰੇਟ ਦਾ ਸਹੀ ਮਿਲਦਾ, ਇੱਕ ਮੰਡੀਕਰਨ ਕੀਤਾ ਗਿਆ, ਠੀਕ ਆ। ਤੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਆ। ਜਿਹੜੇ ਮੰਨ ਲਓ ਪਰਿਵਾਰ ਆਪ ਨਿਰਭਰ ਨੇ, ਆਪਣੇ ਪਰਿਵਾਰ ਮੈਂਬਰਾਂ ਨੂੰ ਨੌਕਰੀ ਦੇ ਰਿਹਾ ਜਾਂ ਛੋਟੇ ਛੋਟੇ ਉਦਯੋਗ ਚਲਾ ਰਿਹਾ, ਤਾਂ ਉਹਨਾਂ ਦਾ ਕੀ ਆ, ਉਹਨਾਂ ਨੂੰ ਕੀ ਦਿੰਦੇ ਆ, ਉਹ ਕੁਛ ਨਾ ਕੁਛ ਸਹਾਇਤਾ ਦਿੰਦੇ ਆ, ਆਰਥਿਕ ਸਹਾਇਤਾ ਜ਼ਰੂਰ ਦਿੰਦੇ ਆ। ਇਹਨਾਂ ਨੂੰ ਡਿਜ਼ਾਈਨਾਂ, ਉਤਪਾਦਨ, ਵਿਕਰੀ ਸੰਬੰਧੀ ਸਲਾਹ ਦੇਣ ਦੇ ਲਈ ਕਈ ਸੰਸਥਾਵਾਂ ਵੀ ਸਥਾਪਿਤ ਕੀਤੀਆਂ ਗਈਆਂ ਨੇ। ਹੁਣ ਇਹਨਾਂ ਦੇ ਤਰ੍ਹਾਂ ਦੇ ਸੈਮੀਨਾਰ ਲੱਗਦੇ ਆ, ਠੀਕ ਆ। ਉਹਦੇ ਵਿੱਚ ਉਹਨਾਂ ਨੂੰ ਹਮੇਸ਼ਾ ਇੱਕ ਰਿਪੋਰਟ ਦਿੰਦੇ ਆ, ਡਿਜ਼ਾਈਨ ਬਾਰੇ ਦੱਸਿਆ ਜਾਂਦਾ, ਵਿਕਰੀ ਦੇ ਉਤਪਾਦਨ ਸੰਬੰਧੀ ਦੱਸਿਆ ਜਾਂਦਾ। ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਵੀ ਤੁਸੀਂ ਆਪਣੇ ਪ੍ਰੋਡਕਟ ਦੇ ਵਿੱਚ ਛੋਟੇ ਤੁਸੀਂ ਸੁਧਾਰ ਕਰ ਸਕਦੇ ਹੋ। ਜੇ ਤੁਸੀਂ ਜਿਹੜੇ ਪ੍ਰੋਡਕਟ ਦੀ ਮਾਰਕੀਟ ਦੇ ਵਿੱਚ ਮੰਗ ਵੱਧਦਾ, ਤੁਸੀਂ ਉਹ ਡਿਜ਼ਾਈਨ ਆ ਜਿਹੜਾ ਤਿਆਰ ਕਰੋ, ਤੇ ਜਿਹੜਾ ਤੁਹਾਡਾ ਉਤਪਾਦਨ ਆ, ਜੇ ਮੰਨ ਲਓ ਸਾਡੇ ਕੋਲੇ ਪਹਿਲਾਂ ਘੱਟ ਸੀ ਹੁਣ ਉਹਨੂੰ ਵਧਾਓ, ਤਾਂ ਵਿਕਰੀ ਵੀ ਅਸੀਂ ਉਸ ਨੂੰ ਵਧੀਆ ਮੌਕੇ ਦੇਵਾਂਗੇ। ਕੁਟੀਰ ਉਦਯੋਗਾਂ ਦੇ ਨਾਲ ਰੁਜ਼ਗਾਰ ਵਿੱਚ ਕੀ ਹੁੰਦਾ, ਵਾਧਾ ਹੁੰਦਾ। ਇਹ ਸਾਨੂੰ ਪਤਾ ਹੀ ਇੱਕ ਵਿਸ਼ੇਸ਼ਤਾ ਗਈ। ਦੇਖੋ ਜੀ, ਜਿੰਨੇ ਕੁਟੀਰ ਉਦਯੋਗ ਹੋਣਗੇ ਉਹਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਕਿਉਂਕਿ ਲੋਕ ਨੇ ਜਿਹੜੇ ਉਹ ਕੰਮ ਕਰ ਸਕਦੇ ਆ।
ਕੁਟੀਰ ਉਦਯੋਗਾਂ ਨਾਲ ਆਮਦਨ ਤੇ ਧਨ ਦੀ ਵੰਡ ਵਧੇਰੇ ਵੰਡ ਕੀ ਹੁੰਦੀ ਆ, ਸਮਾਨ ਹੁੰਦੀ ਆ। ਤਾਂ ਪਹਿਲਾਂ ਕੀ ਹੁੰਦਾ ਸੀਗਾ, ਕਿਉਂਕਿ ਜਿਹੜੇ ਮੰਨ ਲਓ ਗਰੀਬ ਘਰੇ ਬੈਠਾ ਕੰਮ ਨਹੀਂ ਕਰ ਸਕਦਾ, ਠੀਕ ਹੈ, ਇੱਕ ਖੇਤੀ ਦੇ ਉੱਤੇ ਲੱਗਿਆ ਹੋਇਆ, ਤਾਂ ਉਹਦੀ ਆਮਦਨ ਆ ਜਿਹੜੀ ਕਿਸੇ ਦੀ ਵੱਧ ਹੋ ਸਕਦੀ ਆ, ਕਿਸੇ ਦੀ ਘੱਟ ਹੋ ਸਕਦੀ ਆ। ਪਰੰਤੂ ਕੁਟੀਰ ਉਦਯੋਗ ਜਦੋਂ ਲਗਾਉਂਦੇ ਆ ਘਰ ਦੇ ਵਿੱਚ, ਤਾਂ ਆਮਦਨ ਆ ਜਿਹੜੀ ਉਹਦੀ ਵੱਧਦੀ ਆ, ਤਾਂ ਇਸ ਤਰ੍ਹਾਂ ਉਹਨਾਂ ਦੀ ਆਪਸ ਦੇ ਵਿੱਚ ਸਮਾਨ ਵੰਡ ਹੁੰਦੀ ਆ। ਕੁਟੀਰ ਉਦਯੋਗਾਂ ਦਾ ਨਿਰਯਾਤ ਵਪਾਰ ਵਿੱਚ ਕਾਫੀ ਮਹੱਤਵ ਰੱਖਦਾ ਹੈ। ਕੁਟੀਰ ਉਦਯੋਗ ਨੇ ਜਿਹੜੇ ਉਹ ਵਪਾਰ ਦੇ ਵਿੱਚ ਕਾਫੀ ਮਹੱਤਵ ਰੱਖਦਾ, ਕਿਉਂਕਿ ਜੇ ਵਪਾਰ ਅਸੀਂ ਛੋਟੇ ਪੱਧਰ ਤੋਂ ਸ਼ੁਰੂ ਕਰਦੇ ਹਾਂ ਤਾਂ ਹੀ ਅਸੀਂ ਵੱਡੇ ਪੱਧਰ ਤੋਂ ਲੈ ਕੇ ਜਾਂਦੇ ਹਾਂ। ਤਾਂ ਜਿਹੜੇ ਬੰਦੇ ਸੋਚਦੇ ਹੁੰਦੇ ਸੀ ਅਸੀਂ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਦੇ ਹੁੰਦੇ ਸੀ, ਤਾਂ ਉਹ ਕੀ ਕਰਦੇ ਆ, ਕੁਟੀਰ ਉਦਯੋਗ ਮੰਨ ਲਓ ਘਰੇ ਸਿਲਾਈ ਕਢਾਈ ਲਗਾਉਣ ਲੱਗ ਪਏ, ਕੱਪੜੇ ਸਿਉਣ ਲੱਗ ਪਏ, ਕਿ ਕੁਟੀਰ ਉਦਯੋਗ ਲਗਾ ਲਿਆ ਉਹਨਾਂ ਨੇ, ਉਹ ਆਪਣੇ ਕਰਦੇ ਸੀ। ਫਿਰ ਉਹਨਾਂ ਨੇ ਨਾਲ ਕਾਰੀਗਰ ਰੱਖ ਲਏ, ਕਾਰੀਗਰਾਂ ਤੋਂ ਨਾਲ ਵੱਡੇ ਪੱਧਰ ਦੇ ਉੱਤੇ ਉਦਯੋਗਾਂ ਨੂੰ ਲੈ ਕੇ ਗਏ, ਤਾਂ ਇਹਦਾ ਨਿਰਯਾਤ ਆ ਜਿਹੜਾ ਕੱਪੜੇ ਬਾਹਰ ਭੇਜਣ ਲੱਗ ਪਏ, ਠੀਕ ਆ, ਦੂਰੋਂ ਉਹਨਾਂ ਦੀ ਡਿਮਾਂਡ ਵਧਣ ਲੱਗ ਪਈ। ਜਿਵੇਂ ਜਿਵੇਂ ਕੁਆਲਿਟੀ ਸੁਧਾਰ ਹੋਈ ਜਾਂਦਾ ਕੁਟੀਰ ਉਦਯੋਗ ਦੇ ਵਿੱਚ, ਉਹਨਾਂ ਦੀ ਡਿਮਾਂਡ ਵਧੀ ਜਾਂਦੀ ਆ, ਤਾਂ ਨਿਰਯਾਤ ਨੇ ਜਿਹੜੇ ਇਸ ਤਰ੍ਹਾਂ ਸਾਡੇ ਕੋਲੇ ਵੱਧਦੇ ਰਹਿੰਦੇ ਆ। ਤਾਂ ਇਹ ਵੀ ਇੱਕ ਬਹੁਤ ਵੱਡਾ ਇਫੈਕਟ ਆ। ਕੁਟੀਰ ਉਦਯੋਗਾਂ ਨਾਲ ਖੇਤੀ ਉੱਤੇ ਜਨਸੰਖਿਆ ਦਾ ਘੱਟ ਦਬਾਅ ਪੈਂਦਾ, ਕਿਉਂਕਿ ਜਿਹੜਾ ਦਬਾਅ ਸੀਗਾ ਉਹ ਕਿਹਦੇ ਉੱਤੇ ਪੈਣਾ ਸੀਗਾ, ਉਹ ਖੇਤੀ ਦੇ ਉੱਤੇ ਪੈਣਾ ਸੀ। ਪਰੰਤੂ ਜਦੋਂ ਕੁਟੀਰ ਉਦਯੋਗ ਲੱਗੇ, ਉਹਦਾ ਜਿਹੜਾ ਪ੍ਰਭਾਵ ਆ ਉਹ ਕਿੱਥੇ ਪੈ ਰਿਹਾ, ਜਨਸੰਖਿਆ ਦੇ ਉੱਤੇ ਪੈ ਰਿਹਾ। ਤਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ। ਕੁਟੀਰ ਉਦਯੋਗਾਂ ਨਾਲ ਖੇਤੀ ਉੱਤੇ ਜਨਸੰਖਿਆ ਦਾ ਘੱਟ ਦਬਾਅ ਹੋ ਰਿਹਾ ਹੈ, ਅਸੀਂ ਪਹਿਲਾਂ ਵੀ ਇਹ ਗੱਲ ਕਰ ਲਈ। ਕਲਾਤਮਕ ਵਸਤੂਆਂ ਉਤਪਾਦਨ ਕੁਟੀਰ ਉਦਯੋਗ ਦੁਆਰਾ ਹੀ ਸੰਭਵ ਨੇ, ਜਿਵੇਂ ਬਨਾਰਸੀ ਸਾੜੀਆਂ, ਗਹਿਣੇ, ਹਾਥੀ ਦੇ ਦੰਦ ਆਦਿ ਕੰਮ। ਹੁਣ ਦੇਖੋ ਜੀ, ਜੇ ਮੰਨ ਲਓ ਅਸੀਂ ਗੱਲ ਕਰੀਏ ਵੀ ਬਨਾਰਸੀ ਸਾੜੀਆਂ ਦੀ, ਬਨਾਰਸੀ ਸਾੜੀਆਂ ਜਿਹੜੀਆਂ ਹੱਥ ਨਾਲ ਬੁਣੀਆਂ ਜਾਂਦੀਆਂ ਨੇ, ਉਹ ਮਸ਼ੀਨਾਂ ਨਹੀਂ ਬੁਣ ਸਕਦੀਆਂ ਉਸ ਤਰ੍ਹਾਂ। ਬਨਾਰਸ ਦੇ ਵਿੱਚ ਜਿਹੜੀਆਂ ਸਾੜੀਆਂ ਘਰਾਂ ਦੇ ਵਿੱਚ ਬੁਣਦੇ ਨੇ ਬਨਾਰਸ ਦੇ ਵਿੱਚ, ਤਾਂ ਕੱਪੜੇ ਬਣਾਉਂਦੇ ਨੇ ਜਾਂ ਉਹ ਬਣਦੇ ਨੇ, ਤਾਂ ਉਹ ਇੰਨੀਆਂ ਪ੍ਰਚਲਿਤ ਹੋ ਗਈਆਂ ਕਿ ਉਹ ਸਾਰੀਆਂ ਮਸ਼ੀਨਾਂ ਨਹੀਂ ਬਣਾ ਸਕਦੀਆਂ। ਉਹਦੇ ਵਿੱਚ ਇੱਕ ਕਲਾਤਮਕ ਸੀ, ਕੁਝ ਗਹਿਣੇ ਨੇ ਜਿਹੜੇ ਅਸੀਂ ਉਹ ਮਸ਼ੀਨੀ ਨਹੀਂ ਬਣਾ ਸਕਦੇ, ਜਿਹੜੇ ਅਸੀਂ ਕੀ ਬਣਾ ਸਕਦੇ ਹਾਂ, ਕਿਹਦੇ ਨਾਲ ਬਣਾ ਸਕਦੇ ਹਾਂ, ਅਸੀਂ ਵਸਤੂਆਂ ਦੇ ਨਾਲ ਜਾਂ ਹੱਥ ਦੇ ਨਾਲ ਹੀ ਬਣਾ ਸਕਦੇ ਹਾਂ, ਮਸ਼ੀਨਾਂ ਦੇ ਨਾਲ ਨਹੀਂ ਬਣਾ ਸਕਦੇ। ਇਸ ਤਰ੍ਹਾਂ ਹਾਥੀ ਦੰਦ ਵੀ ਜਿਹੜੇ ਤੁਹਾਡੇ ਨੇ ਉਹ ਇਸ ਤਰ੍ਹਾਂ ਹੀ ਹੁੰਦੇ ਆ। ਹਾਥੀ ਦੇ ਦੰਦ ਦਿਖਾਉਣ ਵਾਸਤੇ ਹੋਰ ਤੇ ਖਾਣ ਵਾਸਤੇ ਹੋਰ ਹੁੰਦੇ ਆ, ਤਾਂ ਹਾਥੀ ਦੰਦ ਵੀ ਇੱਕ ਮਸ਼ਹੂਰ ਕਲਾਤਮਕ ਉਹ ਆ। ਤਾਂ ਜੇ ਅਸੀਂ ਹੁਣ ਪ੍ਰਸ਼ਨਾਵਲੀ ਦੀ ਗੱਲ ਕਰਦੇ ਹਾਂ, ਪਿੰਡਾਂ ਵਿੱਚ ਸਥਾਪਿਤ ਉਦਯੋਗਾਂ ਨੂੰ ਕੀ ਕਹਿੰਦੇ ਨੇ? ਕੁਟੀਰ ਉਦਯੋਗਾਂ ਦੇ 2 ਮੁੱਖ ਲਾਭ ਲਿਖੋ। ਕੁਟੀਰ ਉਦਯੋਗਾਂ ਦੇ ਪਤਨ ਦੇ ਕਾਰਨ ਲਈ ਦੱਸੋ। ਕੁਟੀਰ ਉਦਯੋਗਾਂ ਦੀ ਕੀ ਮਹੱਤਤਾ ਹੈ? ਤਾਂ ਅਸੀਂ ਕੁਟੀਰ ਉਦਯੋਗਾਂ ਬਾਰੇ ਗੱਲ ਕੀਤੀ ਆ। ਕੁਟੀਰ ਉਦਯੋਗ ਪਿੰਡਾਂ ਵਿੱਚ ਸਥਾਪਿਤ ਉਦਯੋਗਾਂ ਨੂੰ ਕੀ ਕਹਿੰਦੇ ਆ? ਕੁਟੀਰ ਉਦਯੋਗ ਕਹਿੰਦੇ ਆ। ਇਹੀ ਹੁੰਦਾ ਨਾ, ਪਿੰਡਾਂ ਵਿੱਚ ਸਥਾਪਿਤ ਉਦਯੋਗਾਂ ਨੂੰ ਕੀ ਕਹਿੰਦੇ ਆ? ਕੁਟੀਰ ਉਦਯੋਗ ਕਹਿੰਦੇ ਆ। ਤੇ ਇਹ ਕਿਵੇਂ ਸਥਾਪਿਤ ਹੁੰਦੇ ਆ? ਕਿਉਂਕਿ ਇਹ ਘਰਾਂ ਦੇ ਵਿੱਚ ਸਥਾਪਿਤ ਹੁੰਦੇ ਆ, ਆਪਣੀ ਲੋੜ ਦੇ ਮੁਤਾਬਕ ਸਥਾਪਿਤ ਹੁੰਦੇ ਆ। ਨਾ ਕਿਸੇ ਨੂੰ ਜੇ ਮੰਨ ਲਓ ਕਿਸੇ ਕੋਲੇ ਕੰਮ ਕਾਰ ਨਹੀਂ ਵੀ ਹੈਗਾ, ਤਾਂ ਵੀ ਕੀ ਹੋ ਜਾਂਦਾ, ਉਹ ਕੰਮ ਕਰੀ ਜਾਂਦਾ। ਤਾਂ ਇਹ ਇੱਕ ਵੱਡੀ ਗੱਲ ਆ। ਕੁਟੀਰ ਉਦਯੋਗਾਂ ਦੇ 2 ਮੁੱਖ ਲਾਭ ਦੱਸਣੇ ਸੀ। ਕੁਟੀਰ ਉਦਯੋਗਾਂ ਦੇ ਵਿੱਚ ਲਾਭ ਕੀ ਦੱਸਿਆ ਸੀ? ਇੱਕ ਤਾਂ ਸਾਡੇ ਕੋਲੇ ਕੀ ਸੀਗਾ, ਕੁਟੀਰ ਉਦਯੋਗਾਂ ਦੇ ਸਾਡੇ ਕੋਲੇ ਦੋ ਮੁੱਖ ਲਾਭ ਸੀਗੇ। ਇੱਕ ਲਾਭ ਤਾਂ ਸਾਡੇ ਕੋਲੇ ਸੀਗਾ ਵੀ ਉਹਨਾਂ ਨੂੰ ਕੀ ਮਿਲਦੇ ਨੇ, ਰੁਜ਼ਗਾਰ ਮਿਲਦਾ। ਦੂਜਾ ਕੀ ਆ, ਉਹ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੈ ਸਕਦੇ ਆ ਸਾਰਾ ਕੁਝ। ਤਾਂ ਕੁਟੀਰ ਉਦਯੋਗਾਂ ਦੇ ਪਤਨ ਦੇ ਕਾਰਨ ਮੈਂ ਤੁਹਾਨੂੰ ਕੀ ਦੱਸਿਆ ਸੀ, ਕਿਉਂਕਿ ਉਹਨਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲਦੀ, ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀ ਬੈਂਕ ਸਹੂਲਤ ਨਹੀਂ ਮਿਲਦੀ, ਠੀਕ ਆ, ਉਹਨਾਂ ਦੀ ਵਿਕਰੀ ਦੇ ਵਿੱਚ ਕਾਫੀ ਚੀਜ਼ਾਂ ਆਉਂਦੀਆਂ ਨੇ। ਤਾਂ ਇਹ ਚੀਜ਼ਾਂ ਸੀ ਜਿਹੜੀਆਂ ਸਾਨੂੰ ਉਹ ਕਰਦੀਆਂ ਨੇ। ਕੁਟੀਰ ਉਦਯੋਗਾਂ ਦੇ ਮਹੱਤਵ ਨੂੰ ਕੀ ਕਹਿੰਦੇ ਆ? ਕੁਟੀਰ ਉਦਯੋਗਾਂ ਦੇ ਵਿਕਾਸ ਲਈ ਕਿਹੜੇ ਉਪਾਅ ਕੀਤੇ ਜਾਂਦੇ ਨੇ? ਤਾਂ ਕੁਟੀਰ ਉਦਯੋਗ ਦੇ ਵਿਕਾਸ ਦੇ ਲਈ ਸਰਕਾਰ ਦੇ ਕੀ ਉਪਾਅ ਹੁੰਦੇ ਆ? ਹਮੇਸ਼ਾ ਹੀ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਦੀ ਆ। ਪਲੇਟਫਾਰਮ ਦੇ ਉੱਤੇ ਆ ਕੇ ਕੀ ਕਰਦੇ ਆ, ਉਹ ਵੀ ਆ ਕੇ ਆਪਣੀਆਂ ਚੀਜ਼ਾਂ ਨੇ ਜਿਹੜੀਆਂ ਵਧੀਆ ਵਿਕਰੀ ਦੇ ਵਿੱਚ ਕਰਨ, ਤੇ ਉਹ ਆਪਣਾ ਸਮਾਨ ਵੇਚਣ, ਵਿੱਤੀ ਸਹੂਲਤਾਂ ਮਿਲਦੀਆਂ ਨੇ, ਠੀਕ ਆ। ਉਹਨਾਂ ਦੇ ਉਪਾਅਕਾਰੀ ਆ ਵੀ ਇੱਕ ਛੋਟੇ ਨੇ, ਕਿਉਂਕਿ ਰੁਜ਼ਗਾਰ ਦੇ ਉੱਤੇ ਬਹੁਤ ਵੱਡੇ ਪ੍ਰਭਾਵ ਪਾ ਰਹੇ ਆ। ਤਾਂ ਇਹ ਵੀ ਇੱਕ ਕੁਟੀਰ ਉਦਯੋਗਾਂ ਦਾ ਸਾਧਨ ਆ। ਕੁਟੀਰ ਅਤੇ ਲਘੂ ਉਦਯੋਗਾਂ ਦੇ ਵਿੱਚ ਅੰਤਰ ਦੱਸਣੇ ਆ। ਕੁਟੀਰ ਅਤੇ ਲਘੂ ਉਦਯੋਗਾਂ ਦੇ ਵਿੱਚ ਅੰਤਰ ਕੀ ਨੇ ਆਪਣੇ ਕੋਲੇ? ਇੱਕ ਕੁਟੀਰ ਛੋਟੇ ਉਦਯੋਗ ਨੇ ਤੇ ਲਘੂ ਉਦਯੋਗ ਕੀ ਨੇ? ਥੋੜੇ ਜਿਹੇ ਵੱਡੇ ਨੇ। ਲਘੂ ਉਦਯੋਗ ਉਦਯੋਗ ਨੇ ਜਿਹੜੇ ਅਸੀਂ ਪਹਿਲਾਂ ਪਰਿਭਾਸ਼ਾ ਦੇ ਵਿੱਚ ਕਰੀ ਸੀ। ਲਘੂ ਉਦਯੋਗ ਉਹ ਉਦਯੋਗ ਨੇ ਜਿਹੜੇ ਕਿੱਥੇ ਨੇ? ਸ਼ਹਿਰਾਂ ਦੇ ਵਿੱਚ ਲੱਗੇ ਹੋਏ ਆ। ਇਹਨਾਂ ਨੂੰ ਵਿੱਤੀ ਸਹਾਇਤਾ ਵੀ ਮਿਲ ਰਹੀ ਆ, ਸਰਕਾਰ ਵੱਲੋਂ ਵੀ ਕੁਝ ਸਾਧਨ ਮਿਲ ਰਹੇ ਆ, ਤੇ ਇਹ ਆਪਣੇ ਪ੍ਰੋਡਕਟ ਨੇ ਜਿਹੜੇ ਉਹ ਬਣਾ ਰਹੇ ਆ। ਤਾਂ ਉਹ ਪ੍ਰੋਡਕਟ ਬਣਾ ਕੇ, ਠੀਕ ਆ, ਰੁਜ਼ਗਾਰ ਵੀ ਦੇ ਰਹੇ ਆ। ਕੁਟੀਰ ਉਦਯੋਗ ਤੇ ਇਹਦੇ ਵਿੱਚ ਅੰਤਰ ਕੀ ਆ? ਕੁਟੀਰ ਉਦਯੋਗਾਂ ਕੋਲੇ ਦੇਖੋ ਜੀ ਕੱਚਾ ਮਾਲ ਨਹੀਂ ਮਿਲਦਾ, ਪਰੰਤੂ ਲਘੂ ਉਦਯੋਗਾਂ ਦੇ ਵਿੱਚ ਥੋੜਾ ਜਿਹਾ ਕੱਚਾ ਮਾਲ ਮਿਲ ਜਾਂਦਾ। ਪਰੰਤੂ ਜਿਹੜੇ ਵੱਡੇ ਉਦਯੋਗ ਨੇ ਉਹਨਾਂ ਦੇ ਵਿੱਚ ਤਾਂ ਇਹਨਾਂ ਨੂੰ ਲਘੂ ਉਦਯੋਗਾਂ ਦੇ ਮੁਕਾਬਲੇ ਨਹੀਂ ਮਿਲਦਾ। ਜਿਹੜੇ ਸ਼ਕਤੀ ਸਾਧਨ ਨੇ ਕੁਟੀਰ ਉਦਯੋਗਾਂ ਦੇ ਵਿੱਚ ਨਹੀਂ ਉਪਲਬਧ ਹੁੰਦੇ, ਪਰੰਤੂ ਲਘੂ ਉਦਯੋਗਾਂ ਦੇ ਵਿੱਚ ਉਪਲਬਧ ਹੁੰਦੇ ਆ। ਤੇ ਜੇ ਕੁਟੀਰ ਉਦਯੋਗਾਂ ਦੀ ਗੱਲ ਕਰੀਏ, ਜੇ ਇਹਨਾਂ ਨੂੰ ਪੈਸਿਆਂ ਦੀ ਗੱਲ ਕਰੀਏ, ਤਾਂ ਬੈਂਕ ਸਹੂਲਤ ਕੁਟੀਰ ਉਦਯੋਗ ਨੂੰ ਨਹੀਂ ਮਿਲਦੀ, ਲਘੂ ਉਦਯੋਗ ਨੂੰ ਥੋੜੀ ਜਿਹੀ ਮਿਲ ਜਾਂਦੀ ਆ। ਤਾਂ ਜਿਹੜੇ ਕੁਟੀਰ ਉਦਯੋਗ ਨੇ ਰੁਜ਼ਗਾਰ ਆਪਣੇ ਪਰਿਵਾਰ ਮੈਂਬਰਾਂ ਨੂੰ ਦਿੰਦੇ ਆ, ਪਰੰਤੂ ਜਿਹੜੇ ਲਘੂ ਉਦਯੋਗ ਨੇ ਉਹ ਕਿਹਨੂੰ ਉਹ ਕਰਦੇ ਆ? ਦੂਸਰੇ ਲੋਕਾਂ ਨੂੰ ਵੀ ਦਿੰਦੇ ਆ, ਤੇ ਸ਼ਹਿਰ ਦਾ ਵਿਕੇਂਦਰੀਕਰਨ ਵੀ ਕਰਦੇ ਆ। ਤੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਆਉਂਦੇ ਆ,
ਤੇ ਉਹ ਆ ਕੇ ਇੱਥੇ ਰਹਿ ਜਾਂਦੇ ਆ। ਕੁਟੀਰ ਅਤੇ ਉਦਯੋਗਾਂ ਦੀਆਂ ਸਮੱਸਿਆਵਾਂ ਕਿਹੜੀਆਂ ਨੇ? ਕੁਟੀਰ ਤੇ ਉਦਯੋਗਾਂ ਦੀਆਂ ਸਮੱਸਿਆਵਾਂ ਇਹੀ ਨੇ ਕਿਉਂਕਿ ਉਹ ਇੱਕ ਉਦਯੋਗ ਛੋਟੇ ਨੇ ਉਦਯੋਗ, ਉਹ ਵੱਡੇ ਉਦਯੋਗਾਂ ਦੇ ਨਾਲ ਸਾਹਮਣਾ ਨਹੀਂ ਕਰ ਸਕਦੇ ਕਿਉਂਕਿ ਜੇ ਉਹ ਛੋਟੀਆਂ ਘੱਟ ਵਰਤੋਂ ਵਾਲੀਆਂ ਚੀਜ਼ਾਂ ਘੱਟ ਖਰੀਦਦੇ ਆ, ਪਰੰਤੂ ਉਹ ਚੀਜ਼ਾਂ ਦੇ ਨਾਲ ਕੀ ਹੁੰਦਾ, ਉਹਨਾਂ ਨੂੰ ਰੁਪਈਆ ਵੱਧ ਦੇਣਾ ਪੈਂਦਾ। ਪਰੰਤੂ ਮੰਨ ਲਓ ਜੇ ਇੱਕ ਬਿਜਲੀ ਦੇ ਸਾਧਨ ਲਗਾਉਣਾ ਜਾਂ ਕੋਈ ਮੋਟਰ ਲਗਾਉਣੀ ਹੈ ਉਹਨਾਂ ਨੇ ਛੋਟੇ ਚੀਜ਼ ਦੇ ਉੱਤੇ, ਤਾਂ ਉਹ ਉਹਨਾਂ ਨੂੰ ਜਿਹੜਾ ਖਰਚ ਵੱਧ ਪੈ ਰਿਹਾ, ਪਰੰਤੂ ਜਿਹੜਾ ਆਮਦਨ ਉਹ ਕੀ ਹੋ ਰਹੀ ਆ, ਘੱਟ ਹੋ ਰਹੀ ਆ। ਕੁਟੀਰ ਤੇ ਛੋਟੇ ਉਦਯੋਗ ਦੀਆਂ ਸਮੱਸਿਆਵਾਂ ਬਹੁਤ ਨੇ, ਪਰੰਤੂ ਸਰਕਾਰ ਜਿਹੜੀ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਰਹੀ ਆ। ਕੁਟੀਰ ਉਦਯੋਗ ਉਹ ਉਦਯੋਗ ਹਨ ਜੋ ਇੱਕ ਜਾਂ ਡੈਸ਼ ਕਿੱਤੇ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ। ਤਾਂ ਪਿਆਰੇ ਬੱਚੇ ਸੋਚੋ, ਆਪਾਂ ਨੇ ਹੁਣ ਤੱਕ ਇਹੀ ਚੀਜ਼ ਕਰ ਰਹੇ ਹਾਂ ਤੇ ਕੁਟੀਰ ਲਘੂ ਤੇ ਇਹੀ ਉਦਯੋਗ ਕਰ ਰਹੇ ਹਾਂ ਕਿਉਂਕਿ ਉਦਯੋਗੀਕਰਨ ਜਿਹੜਾ ਅੱਜ ਦੇਸ਼ ਦੀ ਅਰਥ ਵਿਵਸਥਾ ਦੇ ਲਈ ਬਹੁਤ ਜ਼ਰੂਰੀ ਆ। ਠੀਕ ਆ, ਆਪਾਂ ਨੇ ਕਰਿਆ ਵੀ ਪਹਿਲਾਂ ਜਿਹੜਾ ਉਦਯੋਗਿਕ ਵਿਕਾਸ ਸੀ ਜਿਹੜਾ ਉਹ ਨਹੀਂ ਹੋ ਰਿਹਾ ਸੀ, ਉਦਯੋਗਿਕ ਢਾਂਚਾ ਬਹੁਤ ਪਿੱਛੇ ਸੀ, ਪਰੰਤੂ ਆਜ਼ਾਦੀ ਤੋਂ ਬਾਅਦ ਸੀ ਜਿਹੜਾ ਉਦਯੋਗਿਕ ਢਾਂਚਾ ਬਹੁਤ ਹੋਇਆ। ਤਾਂ ਇਹ ਖਾਲੀ ਥਾਵਾਂ ਨੇ, ਆਪਣੀਆਂ ਸੋਚੋ ਤੇ ਫਿਰ ਉਸ ਤੋਂ ਬਾਅਦ ਮੈਂ ਆਨਸਰ ਕਰਵਾਉਣਾ। ਇਸ ਤਰ੍ਹਾਂ ਦੇ ਕਾਰੋਬਾਰ ਬਹੁਤਾ ਕਰਕੇ ਡੈਸ਼ ਵਿੱਚ ਹੀ ਚਲਾਉਂਦੇ ਹਨ। ਡੈਸ਼ ਦਾ ਪ੍ਰਯੋਗ ਬਹੁਤ ਘੱਟ ਕੀਤਾ ਜਾਂਦਾ ਹੈ। ਇਹਨਾਂ ਵਿੱਚ ਪੂੰਜੀ ਬਹੁਤ ਡੈਸ਼ ਲੱਗਦੀ ਹੈ। ਅੱਧੇ ਬੱਚਿਆਂ ਨੇ ਤਾਂ ਕਰ ਹੀ ਲਏ ਹੋਣਗੇ ਮੇਰੇ ਹਿਸਾਬ ਨਾਲ, ਅੱਧੇ ਬੱਚਿਆਂ ਨੂੰ ਨਹੀਂ ਆਏ ਹੋਣਗੇ। ਕੁਟੀਰ ਉਦਯੋਗ ਉਹ ਉਦਯੋਗ ਹਨ ਜੋ ਇੱਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ। ਠੀਕ ਹੈ ਨਾ, ਇੱਕ ਸਮਾਂ ਹੁੰਦਾ, ਜੇ ਮੰਨ ਲਓ ਪੂਰਨਕਾਲੀਨ ਹੁੰਦਾ ਵੀ ਥੋੜਾ ਜਿਹਾ ਟਾਈਮ ਚਲਾਏ ਕਿਉਂਕਿ ਬੱਚੇ ਵੱਡੇ ਹੋ ਗਏ, ਕੰਮ ਨਹੀਂ ਚੱਲਿਆ, ਬੰਦ। ਤੇ ਜੇ ਮੰਨ ਲਓ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਛੋਟੀ ਜਿਹੀ ਕਹਾਣੀ, ਮੰਨ ਲਓ ਇੱਕ ਦਰਜੀ ਨੇ ਘਰੇ ਆ ਕੇ ਮਸ਼ੀਨ ਲਗਾ ਲਈ, ਇੱਕ ਸੂਟ ਸਿਲਾਉਂਦਾ ਸੀ, ਫਿਰ ਉਹਨੇ ਦੋ, ਫਿਰ ਲੇਡੀਜ਼ ਵੀ, ਫਿਰ ਜੈਂਟਸ ਵੀ ਸਿਮਣ ਲੱਗਾ, ਫਿਰ ਉਹਨੇ ਆਪਣੇ ਨਾਲ ਕਾਰੀਗਰ ਰੱਖ ਲਏ, ਕਾਰੀਗਰ ਰੱਖ ਕੇ ਉਹਨੇ ਬਹੁਤ ਵੱਡੇ ਪੱਧਰ ਤੇ ਕਰ ਲਿਆ। ਵੱਡੇ ਪੱਧਰ ਤੇ ਕੰਮ ਕਰਕੇ ਉਹਨੇ ਕੀ ਕਰ ਲਿਆ, ਆਪਣਾ ਇੱਕ ਧੰਦਾ ਸਥਾਪਿਤ ਕਰ ਲਿਆ। ਉਹਦੇ ਵਿੱਚ ਉਹਨੇ ਬਾਕੀ ਕਾਰੀਗਰਾਂ ਨੂੰ ਵੀ ਰੁਜ਼ਗਾਰ ਦਿੱਤਾ ਤੇ ਜਿਹੜਾ ਆਪਣਾ ਵਪਾਰ ਸੀ, ਜਿਹੜੇ ਆਪਣੇ ਬਣੀਆਂ ਹੋਈਆਂ ਵਸਤੂਆਂ ਸੀਗੀਆਂ ਉਹਨਾਂ ਨੂੰ ਕੀ ਭੇਜਣ ਲੱਗ ਪਿਆ, ਉਹ ਵਿਦੇਸ਼ 'ਚ ਨਿਰਯਾਤ ਕਰਨ ਲੱਗ ਪਿਆ। ਤਾਂ ਇਸ ਤਰ੍ਹਾਂ ਜਿਹੜਾ ਉਹ ਕੁਟੀਰ ਉਦਯੋਗ ਆ ਜਿਹੜਾ ਇੱਕ ਅੰਸ਼ਕਾਲੀ ਸਮੇਂ ਦੇ ਰੂਪ ਵਿੱਚ ਚਲਾਇਆ ਗਿਆ। ਇਸ ਤਰ੍ਹਾਂ ਦੇ ਕਾਰੋਬਾਰ ਵਿੱਚ ਬਹੁਤਾ ਕਰਕੇ ਡੈਸ਼ ਆਪਣੇ ਘਰਾਂ ਵਿੱਚ ਹੀ ਚਲਾਉਂਦੇ ਹਨ। ਠੀਕ ਆ, ਤਾਂ ਜਿਹੜੇ ਕੁਟੀਰ ਉਦਯੋਗ ਨੇ ਉਹ ਆਪਣੇ ਘਰਾਂ ਦੇ ਵਿੱਚ ਹੀ ਚਲਾਉਂਦੇ ਆ ਕਿਉਂਕਿ ਉਹਨਾਂ ਨੂੰ ਉਨੀਆਂ ਸਹੂਲਤਾਂ ਨਹੀਂ ਹੁੰਦੀਆਂ, ਨਾ ਹੀ ਆਮਦਨ ਹੁੰਦੀ ਆ, ਤਾਂ ਸਿਰਫ ਤੇ ਸਿਰਫ ਉਹ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਬਹੁਤ ਘੱਟ ਕੀਤਾ ਜਾਂਦਾ। ਕੁਟੀਰ ਉਦਯੋਗਾਂ ਦੇ ਵਿੱਚ ਕੀ ਹੁੰਦਾ, ਮਸ਼ੀਨਾਂ ਦਾ ਪ੍ਰਯੋਗ ਆ ਜਿਹੜਾ ਉਹ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਹੱਥੀਂ ਹੀ ਮਸ਼ੀਨਾਂ ਖਰੀਦਣ ਦੀ ਜੇ ਉਹਨਾਂ ਕੋਲੇ ਗੁੰਜਾਇਸ਼ ਹੁੰਦੀ ਤਾਂ ਉਹ ਕੀ ਕਰਦੇ, ਇੱਕ ਵੱਡਾ ਉਦਯੋਗ ਲਗਾਉਂਦੇ, ਤਾਂ ਉਹ ਹੱਥ ਦੇ ਨਾਲ ਹੱਥ ਲਿਖਤ ਵਸਤੂਆਂ ਜਿਵੇਂ ਅਸੀਂ ਕਰੀਆਂ ਸੀ, ਕਲਾਤਮਕ ਵਸਤੂਆਂ, ਹਾਥੀ ਦੇ ਦੰਦ ਤੇ ਉਹ ਚੀਜ਼ਾਂ ਸੀ ਜਿਹੜੀਆਂ ਉਹ ਕੀ ਕੀਤੀਆਂ ਜਾਂਦੀਆਂ ਨੇ, ਘੱਟ ਪ੍ਰਯੋਗ ਕੀਤੀਆਂ ਜਾਂਦੀਆਂ ਨੇ। ਇਹਨਾਂ ਵਿੱਚ ਪੂੰਜੀ ਬਹੁਤ ਘੱਟ ਲੱਗਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਪੂੰਜੀ ਨਹੀਂ ਲੱਗਦੀ। ਇਹ ਤਾਂ ਸਿਰਫ ਇੱਕ ਵੀ ਘਰ ਦੇ ਵਿੱਚ ਆਪਣੇ ਕੋਲੇ ਕੁਝ ਪਈਆਂ ਨੇ, ਮੰਨ ਲਓ ਥੋੜੀਆਂ ਚੀਜ਼ਾਂ ਨੇ, ਉਹ ਚੀਜ਼ਾਂ ਦੇ ਉੱਤੋਂ ਵਪਾਰ ਕੀਤਾ ਜਾਂਦਾ। ਇੱਕ ਮੰਨ ਲਓ ਦਰਜੀ ਨੇ, ਮੈਂ ਤੁਹਾਨੂੰ ਕਹਾਣੀ ਦੱਸਿਆ, ਜਿਹੜੀ ਦਰਜੀ ਦੇ ਵਿੱਚ ਇੱਕ ਮਸ਼ੀਨ ਲੈਤੀ ਉਹਨੇ, ਮਸ਼ੀਨ ਤੇ ਕੁਝ ਵੀ ਨਹੀਂ ਲੱਗਿਆ ਕਿਉਂਕਿ ਮਸ਼ੀਨ ਆਮ ਹੁੰਦੀ ਹੈ ਸਿਲਾਈ ਘਰ, ਤਾਂ ਉਹ ਮਸ਼ੀਨ ਤੋਂ ਵਪਾਰ ਸ਼ੁਰੂ ਕਰਕੇ ਉਹ ਵੱਡੇ ਪੱਧਰ ਤੱਕ ਲੈ ਕੇ ਗਿਆ। ਕਲਾਤਮਕ ਵਸਤੂਆਂ ਕਿਹੜੀਆਂ ਹੁੰਦੀਆਂ ਨੇ? ਕੁਟੀਰ ਉਦਯੋਗਾਂ ਦੇ ਨਾਲ ਰੁਜ਼ਗਾਰ ਵੱਧਦਾ ਜਾਂ ਘਾਟਾ ਹੁੰਦਾ ਹੈ। ਕੁਟੀਰ ਉਦਯੋਗ ਵਿੱਚ ਕਿੰਨੀ ਪੂੰਜੀ ਲੱਗੀ ਹੁੰਦੀ ਹੈ? ਕੁਟੀਰ ਉਦਯੋਗਾਂ ਦੇ ਫਲਸਰੂਪ ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਵੱਧ ਹੁੰਦੇ ਜਾਂ ਘੱਟ ਹੁੰਦੇ ਆ। ਹੁਣ ਕਲਾਤਮਕ ਵਸਤੂਆਂ ਕਿਹੜੀਆਂ ਹੁੰਦੀਆਂ ਨੇ? ਕਲਾਤਮਕ ਵਸਤੂਆਂ ਉਹ ਹੁੰਦੀਆਂ ਨੇ ਜਿਹੜੀਆਂ ਵਸਤੂਆਂ ਅਸੀਂ ਕੀ ਕਰਦੇ ਆ, ਆਪ ਬਣਾਉਂਦੇ ਆ ਹੱਥ ਦੇ ਨਾਲ। ਕੁਛ ਨੂੰ ਮੈਂ ਪਹਿਲਾਂ ਵੀ ਦੱਸ ਕੇ ਕੁਛ ਗਹਿਣੇ ਨੇ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਬਨਾਰਸੀ ਸਾੜੀਆਂ ਕਲਾਤਮਕ ਵਸਤੂਆਂ ਨੇ। ਉਹ ਵਸਤੂਆਂ ਉਹ ਨੇ ਜਿਹੜੀਆਂ ਅਸੀਂ ਕੀ ਕਰ ਸਕਦੇ, ਆਪਦੇ ਹੱਥ ਨਾਲ ਹੀ ਬਣਾ ਸਕਦੇ ਆ ਤੇ ਉਹਦੇ ਨਾਲ ਨਹੀਂ ਬਣਾ ਸਕਦੇ। ਜਿਵੇਂ ਹੁਣ ਹੱਥੀ ਦੰਦ ਹੋ ਗਏ। ਠੀਕ ਆ, ਇਸ ਤੋਂ ਬਾਅਦ ਅਸੀਂ ਜਿਹੜਾ ਕੁਐਸਚਨ ਕਰਿਆ ਸੀ, ਕੁਟੀਰ ਉਦਯੋਗਾਂ ਦੇ ਨਾਲ ਰੁਜ਼ਗਾਰ ਵਿੱਚ ਵਾਧਾ ਹੋਇਆ ਜਾਂ ਘਾਟਾ? ਕੀ ਹੋਇਆ? ਵਾਧਾ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕੁਟੀਰ ਉਦਯੋਗਾਂ ਵਿੱਚ ਕਿੰਨੀ ਪੂੰਜੀ ਲੱਗਦੀ ਹੈ? ਬਹੁਤ ਘੱਟ। ਜੇ ਅਸੀਂ ਗੱਲ ਕਰੀਏ 5 ਲੱਖ ਤੋਂ ਜਾਂ ਬਹੁਤ ਰੁਪਈਆਂ 'ਚ ਹੀ ਲੱਗ ਸਕਦੀ ਹੈ, ਹਜ਼ਾਰਾਂ 'ਚ ਵੀ ਲੱਗ ਕੇ ਸਾਡਾ ਕੀ ਹੋ ਸਕਦਾ, ਕੰਮ ਹੋ ਸਕਦਾ। ਕੁਟੀਰ ਉਦਯੋਗਾਂ ਦੇ ਫਲਸਰੂਪ ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਵੱਧ ਹੁੰਦੇ ਨੇ ਜਾਂ ਘੱਟ ਹੁੰਦੇ ਨੇ? ਵੱਧ ਹੁੰਦੇ ਨੇ। ਠੀਕ ਹੈ ਜੀ, ਤਾਂ ਇਹ ਸਾਡਾ ਸੀਗਾ ਇੱਕ ਲੈਸਨ। ਤਾਂ ਮੈਂ ਹੁਣ ਇੱਕ ਰਿਵਿਊ ਕਰਵਾਊਂਗਾ। ਰਿਵਿਊ ਦੇ ਵਿੱਚ ਅਸੀਂ ਪਹਿਲਾਂ ਕਰੇ ਸੀ ਕੁਟੀਰ ਉਦਯੋਗ। ਕੁਟੀਰ ਉਦਯੋਗ ਉਹ ਉਦਯੋਗ ਨੇ ਜਿਹੜੇ ਉਦਯੋਗ ਘਰਾਂ ਦੇ ਵਿੱਚ ਚਲਾਏ ਜਾਂਦੇ ਆ। ਫਿਰ ਅਸੀਂ ਕਰੇ ਸੀ ਲਘੂ ਉਦਯੋਗ। ਲਘੂ ਉਦਯੋਗ ਉਹ ਉਦਯੋਗ ਸੀਗੇ ਜਿਹੜੇ ਸ਼ਹਿਰਾਂ ਦੇ ਵਿੱਚ ਚਲਾਏ ਜਾਂਦੇ ਨੇ। ਸ਼ਹਿਰਾਂ ਦੇ ਵਿੱਚ ਆਪਣਾ ਕੀ ਕਰਦੇ ਆ, ਉਹ ਇੱਕ ਵਿਕੇਂਦਰੀਕਰਨ ਕਰਦੇ ਆ ਕਿ ਦੂਜੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ। ਇੱਕ ਅਸੀਂ ਕਰੇ ਸੀ ਫਿਰ ਵੱਡੇ ਉਦਯੋਗ, ਤਾਂ ਉਹ ਅਸੀਂ ਫਸਟ ਚੈਪਟਰ ਦੇ ਵਿੱਚ ਕਰੇ ਸੀ। ਵੱਡੇ ਉਦਯੋਗਾਂ ਦੇ ਵਿੱਚ ਅਸੀਂ ਕੀ ਕਰਿਆ ਸੀ, ਵੱਡੇ ਉਦਯੋਗ ਉਹ ਉਦਯੋਗ ਸੀਗੇ ਜਿਹਦੇ ਵਿੱਚ ਪੂਰੇ ਵੱਡੇ ਪੱਧਰ ਦੇ ਉੱਤੇ ਕੰਮ ਹੁੰਦਾ। ਜਿਵੇਂ ਅਸੀਂ ਅਬੂਜਾ ਸੀਮੈਂਟ ਬਾਰੇ ਪੜ੍ਹਿਆ ਸੀ। ਠੀਕ ਆ, ਸਰੀਆ, ਗੇਟ, ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਹੁੰਦਾ ਤੇ ਵਸਤੂ ਆਉਂਦੀ ਆ ਤੇ ਉਹਦਾ ਨਿਰਮਾਣ ਹੁੰਦਾ। ਤਾਂ ਇਹ 3 ਪ੍ਰਕਾਰ ਦੇ ਉਹ ਸੀਗੇ ਆਪਣੇ ਕੋਲੇ। ਤਾਂ ਉਸ ਤੋਂ ਬਾਅਦ ਅਸੀਂ ਸੋਚਿਆ ਸੀ ਵੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਸਰਕਾਰ ਦੇ ਵਿੱਚ ਉਦਯੋਗੀਕਰਨ ਦੇ, ਅਸਲ ਦੇ ਵਿੱਚ ਸਮੱਸਿਆਵਾਂ ਕੀ ਆ ਰਹੀਆਂ ਨੇ, ਕਿਉਂਕਿ ਉਹਨੂੰ ਪ੍ਰਫੁੱਲਿਤ ਕਿਉਂ ਨਹੀਂ ਹੋ ਰਿਹਾ। ਪਹਿਲਾਂ ਜਿਹੜਾ ਸੀਗਾ 1901 ਦੇ ਵਿੱਚ ਜਾਂ ਉਹ ਤੋਂ ਪਹਿਲਾਂ ਗੱਲ ਕਰੀਏ ਤਾਂ ਸਰਕਾਰ ਦਾ ਉਹਦੇ ਵਿੱਚ ਉਦਯੋਗੀਕਰਨ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਿਉਂਕਿ ਜਿਹੜੀ
ਸਾਡੇ ਦੇਸ਼ ਦੀ ਜਿਹੜੀ ਜ਼ਿਆਦਾਤਰ ਲੋਕ ਸੀ ਜਿਹੜੇ ਉਹਨਾਂ ਦਾ ਮੁੱਖ ਕਿੱਤਾ ਸੀ ਖੇਤੀਬਾੜੀ। ਪਰੰਤੂ ਜਿਵੇਂ ਜਿਵੇਂ ਖੇਤੀਬਾੜੀ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰੋਵਾਈਡ ਕਰਵਾਉਣ ਵਾਸਤੇ ਸਰਕਾਰ ਨੇ ਕੀ ਕੀਤੇ, ਯਤਨ ਸ਼ੁਰੂ ਕਰਨ ਦੇ ਨਾਲ ਉਹਨਾਂ ਨੇ ਕੁਟੀਰ ਉਦਯੋਗ ਨੂੰ ਉਤਸ਼ਾਹਿਤ ਕੀਤਾ, ਲਘੂ ਉਦਯੋਗ ਨੂੰ ਉਤਸ਼ਾਹਿਤ ਕੀਤਾ ਤੇ ਆਪਣੇ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਉਹਨਾਂ ਨੇ ਕੀ ਕੀਤੇ, ਵੱਡੇ ਉਦਯੋਗ ਉਤਸ਼ਾਹਿਤ ਕੀਤੇ। ਇਸ ਤਰ੍ਹਾਂ ਜਿਹੜੇ ਪ੍ਰਵਾਸ ਸੀਗੇ, ਲੋਕ ਸੀਗੇ, ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਰੁਜ਼ਗਾਰ ਦੀ ਭਾਲ ਦੇ ਵਿੱਚ ਆਉਂਦੇ ਆ, ਤਾਂ ਉਹ ਜਿਹੜੇ ਉਦਯੋਗੀਕਰਨ ਦਾ ਇਸ ਤਰ੍ਹਾਂ ਸਾਡਾ ਕੀ ਹੋਇਆ, ਵਿਕਾਸ ਹੋਇਆ। ਉਦਯੋਗੀਕਰਨ ਦੇ ਵਿਕਾਸ ਦੇ ਨਾਲ ਸਰਕਾਰ ਦੇ ਮੇਨ ਉਦਮ ਕੀ ਰਹਿੰਦੇ ਆਗੇ, ਕਿਉਂਕਿ ਜਿਹੜੀਆਂ ਚੀਜ਼ਾਂ ਨੇ ਨਿਰਯਾਤ ਕੀਤੀਆਂ ਜਾਂਦੀਆਂ ਨੇ, ਉਹ ਚੀਜ਼ਾਂ ਨੂੰ ਜੇ ਅਸੀਂ ਨਿਰਯਾਤ ਕਰਨ ਦੇ ਵਾਸਤੇ ਆਪਣੇ ਹੀ ਦੇਸ਼ ਦੇ ਵਿੱਚ ਪੈਦਾ ਕਰਦੇ ਹਾਂ ਤਾਂ ਉਹ ਸਾਡੇ ਵਾਸਤੇ ਇੱਕ ਬਹੁਤ ਲਾਭਦਾਇਕ ਕਰਦੇ ਨੇ। ਇਸ ਤਰ੍ਹਾਂ ਸਾਡੇ ਜਿਹੜੇ ਵਿਦੇਸ਼ੀ ਸੰਬੰਧ ਨੇ ਉਹ ਵੀ ਬਹੁਤ ਜ਼ਰੂਰੀ ਹੋ ਜਾਂਦੇ ਆ। ਜੇ ਅਸੀਂ ਇੱਕ ਗੱਲ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਵੀ ਕੁਛ ਅਸੀਂ ਇਹੋ ਜਿਹੇ ਉਦਯੋਗ ਸਥਾਪਿਤ ਕੀਤੇ ਜਿਹਦੇ ਨਾਲ ਸਾਡੀ ਆਪਣੀ ਆਜ਼ਾਦੀ ਸੀ ਜਿਹੜੀ, ਅਸੀਂ ਦੂਸਰੇ ਲੋਕਾਂ ਦੇ ਉੱਤੇ ਪ੍ਰਭਾਵ ਬਣਾਉਣ ਵਾਸਤੇ ਅਸੀਂ ਜਿਵੇਂ ਲੜਾਕੂ ਜਹਾਜ਼, ਠੀਕ ਆ, ਤੇ ਵੱਡੇ ਸਮੁੰਦਰੀ ਜਹਾਜ਼, ਠੀਕ ਆ, ਬੇੜੇ, ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਸ਼ਾਲਜ ਉਹ ਪੈਦਾ ਕੀਤੀਆਂ। ਤਾਂ ਸਿਰਫ ਕਿਹਨੇ ਕੀਤੀਆਂ ਉਹ ਉਦਯੋਗੀਕਰਨ। ਜਿਸ ਤਰ੍ਹਾਂ ਸਾਡਾ ਉਦਯੋਗੀਕਰਨ ਦਾ ਵਿਕਾਸ ਹੁੰਦਾ ਗਿਆ, ਉਸ ਤਰ੍ਹਾਂ ਜਿਹੜਾ ਸਾਡਾ ਕੰਮ ਜਿਹੜਾ ਅੱਗੇ ਵੱਧਦਾ ਗਿਆ ਤੇ ਵਧਣ ਦੇ ਨਾਲ ਜਿਹੜਾ ਅੱਜ ਦਾ ਦੇਸ਼ ਹੈ ਜਿਹੜਾ, ਅਸੀਂ ਬਹੁਤ ਤਰੱਕੀ ਕੀਤੀ ਆ। ਜੇ ਮੰਨ ਲਓ ਸਾਡੇ ਕੋਲੇ ਵਿਕਾਸ ਨਾ ਹੁੰਦਾ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ ਸੀ, ਕਿਉਂਕਿ ਅੱਜ ਅਸੀਂ ਕਿਤੇ ਵੀ ਜਾਣਾ ਹੋਵੇ ਸਾਨੂੰ ਕੋਈ ਡਰ ਨਹੀਂ ਲੱਗਦਾ, ਕਿਉਂਕਿ ਅਸੀਂ ਇੱਕ ਵਿਦੇਸ਼ ਦੇ ਵਿੱਚ ਵੀ ਜਾਣਾ ਹੋਵੇ ਤਾਂ ਅਸੀਂ ਮੈਨੂੰ ਲੱਗਦਾ ਮਿੰਟਾਂ ਸਕਿੰਟਾਂ ਦੇ ਵਿੱਚ ਪਹੁੰਚ ਜਾਂਦੇ ਹਾਂ। ਇੱਕ ਅਸੀਂ ਹਵਾ ਦੇ ਵਿੱਚ ਜੇ ਗੱਲਾਂ ਕਰ ਰਹੇ ਹਾਂ, ਜਾਂ ਅਸੀਂ ਕਿਤੇ ਅਸੀਂ ਦੁੱਖ ਦਰਦ ਦੇ ਵਿੱਚ ਸ਼ਰੀਕ ਹੋਣ ਦੀ ਬਜਾਏ ਅਸੀਂ ਦੂਰ ਬੈਠੇ ਵੀ ਕਿਸੇ ਦਾ ਪਤਾ ਲੈਣਾ ਹੋਵੇ ਤਾਂ ਅਸੀਂ ਉਹ ਵੀ ਉਦਯੋਗਿਕ ਵਿਕਾਸ, ਟੈਲੀਫੋਨ ਦੀ ਕਾਢ ਹੋਈ ਤੇ ਜਿਹਦੇ ਨਾਲ ਮੋਬਾਈਲ ਦੀਆਂ ਕੰਪਨੀਆਂ ਲੱਗੀਆਂ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਦੇਸ਼ ਨੂੰ ਅੱਗੇ ਲੈ ਕੇ ਗਈਆਂ ਤੇ ਸਾਡੇ ਵਾਸਤੇ ਵੀ ਇੱਕ ਇਹ ਲੋਕਾਂ ਵਾਸਤੇ, ਦੇਸ਼ ਦੀ ਅਰਥ ਵਿਵਸਥਾ ਵਾਸਤੇ, ਦੇਸ਼ ਦੇ ਵਿਕਾਸ ਵਾਸਤੇ ਇਹ ਸਾਰੀਆਂ ਚੀਜ਼ਾਂ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਤਾਂ ਪਿਆਰੇ ਬੱਚੋ, ਇਹ ਸੀ ਸਾਡਾ ਉਦਯੋਗਿਕ ਵਿਕਾਸ ਬਾਰੇ ਲੈਸਨ। ਤਾਂ ਮੈਨੂੰ ਉਮੀਦ ਆ, ਕਿਉਂਕਿ ਮੈਂ ਕੁਐਸਚਨ ਆਨਸਰ ਖਾਲੀ ਥਾਵਾਂ ਠੀਕ ਗੱਲ ਦੇ ਵਿੱਚ ਵੀ ਤੁਹਾਨੂੰ ਨਾਲ ਕਰਵਾਉਂਦਾ ਰਿਹਾ, ਤਾਂ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਮੇਰਾ ਲੈਸਨ ਆ ਜਿਹੜਾ ਬਹੁਤ ਵਧੀਆ ਲੱਗਿਆ ਹੋਊਗਾ। ਤੇ ਫਿਰ ਵੀ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਹੁੰਦੀ ਹੈ ਤਾਂ ਆਪਣੇ ਟੀਚਰ ਨਾਲ ਡਿਸਕਸ਼ਨ ਕਰੋ ਤੇ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 84 278 77 224। ਤਾਂ ਬਹੁਤ ਬਹੁਤ ਧੰਨਵਾਦ ਜੀ।